which आज आंटी ज्योति तो अंकल जोशुआ वचन विच पढ़नगे तो पास्टर एरिक इन्हां ते रिफ्लेक्शन देणगे। इस तो पहला कि ਅਸੀਂ ਅੱਜ ਦੀ ਰੀਡਿੰਗ ਵਿੱਚ ਚਲੇ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। आओ ਅਸੀਂ ਸਾਰੇ ਆਪਣੇ ਸਰਾਂ ਨੂੰ ਝੁਕਾਈਏ ਤੇ ਖੁਦਾ ਦੀ ਹਜ਼ੂਰੀ ਵਿੱਚ ਲੈ ਕੇ ਚਲੀਏ। खुदावंद तेरा शुक्र करते हैं दिन भर दी हिफाजत निगरानी दे लई जे तू हर तरह सानू बचा के अपनी पनाह विच रखिया। साडे कम्मां काजां दे विच खुदावंद तू साडे नाल रहा। इस समय खुदावंद तेरा शुक्र करते हैं जो तू साडी जिंदगी सानू दिता कि असी तेरे बंदे दे राही ज़बूरां दे चैप्टर 62 दे विचों खुदावंद असी वो जो कुछ भी सानू सिखाउंदे ने वो तेरी तरफों होवे ना कि उन्हां दी तरफों। उन्हां नू खुदावंद तेरे बेटे यीशु नासरी दे लहू दे विच कवर करदे हां। उन्हां दे परिवार नू खुदावंद तू सब दे नाल हो, तू साडे नाल हो खुदावंद। तू साडे दिलां दिमागां नू खोल तां जो खुदावंद जो कुछ भी अज सीखीए उस नू अपनी जिंदगी दे विच इस्तेमाल करने वाले होइए ते सुनन वालियां दे लई भी खुदावंद तेरे तो यही दुआ मंगते हैं कि तू उन्होंने ज्यादा तो ज्यादा समझ अकल ते बुद्धि दे ताजो खुदावंद वो भी अपनी जिंदगी दे विच तेरे कलाम नू लैके होरां तक भी लैके जाने वाले हों। इस समय खुदावंद तू साडी इस बिनती नू अपने बेटे यीशु नासरी दे जलाली ते पवित्र नाम दे विच कबूल कर ले। आमीन। आमीन। थैंक यू अंकल जोशुआ। आओ हुण ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ज्योति तो अंकल जोशुआ ਦੇ ਨਾਲ। ਸਾਰਿਆਂ ਨੂੰ ਜੈ ਮਸੀਹ ਦੀ। ਜਿੰਨੇ ਵੀ ਸਾਡੇ ਭੈਣ ਭਰਾ ਇਸ ਵਕਤ ਸਾਨੂੰ ਆਨਲਾਈਨ ਦੇਖ ਰਹੇ ਹਨ ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਅੱਜ ਅਸੀਂ ਪੜਾਂਗੇ ਜ਼ਬੂਰ 62 ਪਰਮੇਸ਼ਵਰ ਉੱਤੇ ਭਰੋਸਾ। ਸੰਗੀਤ ਦਲ ਆਗੂ ਦੇ ਲਈ ਯਦੂਥੁਨ ਦੇ ਰਾਗ ਉੱਤੇ ਗਾਉਣ ਲਈ ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਮੇਰੀ ਜਾਨ ਚੁੱਪਚਾਪ ਪਰਮੇਸ਼ਵਰ ਦੀ ਉਡੀਕ ਕਰਦੀ ਹੈ, ਉਸ ਤੋਂ ਹੀ ਮੇਰੀ ਮੁਕਤੀ ਹੈ। ਉਹ ਹੀ ਮੇਰੀ ਚਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ ਹੈ, ਮੈਂ ਬਹੁਤਾ ਨਾ ਡੋਲਾਂਗਾ। ਹੇ ਵੈਰੀਓ, ਤੁਸੀਂ ਮਨੁੱਖ ਦੇ ਹੱਲੇ ਕਰਦੇ ਰਹੋਗੇ, ਤੁਸੀਂ ਕਿਉਂ ਸਭ ਉਸ ਦੀ ਜਾਨ ਲੈਣ ਦੇ ਪਿੱਛੇ ਪਏ ਹੋ। ਉਹ ਤਾਂ ਹਿਲਦੀ ਕੰਧ ਅਤੇ ਢਹਿ ਚੁੱਕੀ ਬਾੜ ਦੀ ਤਰ੍ਹਾਂ ਹੈ। ਉਹ ਮਤਾ ਮਤਾਉਂਦੇ ਹਨ ਨਿਰਾ ਇਸੇ ਲਈ ਭਈ ਉਹ ਉਹਨੂੰ ਉਹਦੀ ਪਦਵੀ ਤੋਂ ਡੇਗ ਦੇਣ। ਉਹ ਝੂਠ ਨੂੰ ਪਸੰਦ ਕਰਦੇ ਹਨ, ਮੂੰਹੋਂ ਤਾਂ ਉਹ ਅਸੀਸ ਦਿੰਦੇ ਹਨ ਪਰ ਅੰਦਰੋਂ ਸ਼ਰਾਪ ਦਿੰਦੇ ਹਨ। ਸਲਾਮ। ਪੰਜਵੀਂ ਆਇਤ। ਮੇਰੀ ਜਾਨ ਤਾਂ ਆਸਰਾ ਕੇਵਲ ਪਰਮੇਸ਼ਵਰ ਹੀ ਹੈ, ਉਹ ਹੀ ਮੇਰੀ ਉਮੀਦ ਦਾ ਸੋਮਾ ਹੈ। ਛੇਵੀਂ ਆਇਤ। ਉਹ ਹੀ ਮੇਰੀ ਚਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ ਹੈ, ਮੈਂ ਨਾ ਡੋਲਾਂਗਾ। ਮੇਰਾ ਬਚਾ ਅਤੇ ਮਹਿਮਾ ਪਰਮੇਸ਼ਵਰ ਤੋਂ ਹੀ ਹੈ, ਉਹ ਹੀ ਮੇਰੀ ਬਲੀ ਚਟਾਨ ਅਤੇ ਸਹਾਰਾ ਹੈ। हे प्रजा हर वेले उस उत्ते भरोसा रखो, अपना मन ओदे अगे खोल दियो, परमेश्वर साडी पनाह है। सलाह। ਨੌਵੀਂ ਆਇਤ। ਮਨੁੱਖ ਕੇਵਲ ਇੱਕ ਸਾਹ ਦੇ ਬਰਾਬਰ ਹਨ ਅਤੇ ਉਹਨਾਂ ਹੋਇਆਂ ਬਰਾਬਰ ਹਨ। ਤਕੜੀ ਵਿੱਚ ਤੋਲਿਆ ਉਹਨਾਂ ਦਾ ਭਾਰ ਇੱਕ ਸਾਹ ਤੋਂ ਵੀ ਹੌਲਾ ਹੈ। ਅਨੇਰ ਉੱਤੇ ਭਰੋਸਾ ਨਾ ਰੱਖੋ, ਨਾ ਲੁੱਟਮਾਰ ਕਰਕੇ ਫੂੰ ਕਰੋ। ਧਨ ਸੰਪਤ ਜੇ ਵੱਧ ਜਾਵੇ ਤਾਂ ਉਸ ਉੱਤੇ ਮਨ ਨਾ ਲਾਓ। ਪਰਮੇਸ਼ਵਰ ਨੇ ਕਿਹਾ ਅਤੇ ਮੈਂ ਕਈ ਵਾਰ ਇਹ ਸੁਣਿਆ, ਸ਼ਕਤੀ ਪਰਮੇਸ਼ਵਰ ਦੀ ਹੀ ਹੈ। हे प्रभु, दया भी तेरी ही है, क्यों जो तू हर मनुख नू ओदियां कीतियां अनुसार फल दिंदा है। खुदा दी बरकत उस दे कलाम दे पढ़े ते सुने जानते होवे। आमीन। आमीन। स्क्रिप्चर रीडिंग ਲਈ ਰਿਫਲੈਕਸ਼ਨ ਚ ਜਾਣ ਤੋਂ ਪਹਿਲਾਂ ਮੈਂ ਇਨਵਾਈਟ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਥੋੜਾ ਜਿਹਾ ਜ਼ਬੂਰ ਗਾ ਕੇ ਸੁਣਾਣ। मैं अंतरा ते अस्थाई गावांगा 62 ਜ਼ਬੂਰ ਦਾ। खुदावन नू उडीकदी रह
आराम नाल मेरी जान खुदावनु उड़ीकती रहे आराम नाल मेरी जान के उस तो मेरी है उम्मीद वो मेरी है चट्टान के उस तो मेरी है उम्मीद वो मेरी है चट्टान वो मेरी जान दा किला है ओ मेरी जान दा किला है न जाते पानागा न जाते पानागा सो मैं ते अपनी जगह तो ना कदी टलांगा सो मैं ते अपनी जगह तो ना कदी टलांगा खुदावनु उड़ीकदी रहे आराम नाल मेरी जान। Thank you, Uncle Ji. ਹੁਣ ਅਸੀਂ Pastor Eric Sarvardhan uncle reflection ਤਾਂ interpretation ਵਿੱਚ ਜਾਵਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਨੂੰ ਜਿਹੜੇ ਲੋਕੀ ਸਾਨੂੰ virtually in person join ਕੀਤਾ ਵੇ। ਸਾਡੀ ਪੈਨਲਿਸਟ ਸਿਸਟਰ ਰੀਨਾ ਨੇ ਵੀ ਸਾਨੂੰ join ਕੀਤਾ ਵੇ ਔਰ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਆ ਉਹ ਸਾਰੇ ਲੋਕ ਜਿਹੜੇ ਸਾਨੂੰ in person join ਕੀਤਾ ਵੇ virtual join ਕੀਤਾ ਵੇ ਔਰ ਜਿਹੜੇ ਇਸ ਰਿਕਾਰਡਿੰਗ ਨੂੰ ਬਾਅਦ ਚੋਂ ਸੁਣਨਗੇ। ਖੁਦਾਵੰਦ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਸੋ ਜਿਵੇਂ ਤੁਹਾਡੇ ਸਾਹਮਣੇ ਜ਼ਬੂਰ ਜ਼ੋਨ ਦਾ ਅੱਜ ਅਸੀਂ ਐਪੀਸੋਡ ਜਿਹੜਾ ਲੈ ਕੇ ਆਏ ਹਾਂ ਉਹਦੇ ਵਿੱਚ ਅਸੀਂ ਯਦੂਤੂਨ ਤੇ ਗੌਰ ਕਰ ਰਹੇ ਹਾਂ ਕਿ ਯਦੂਤੂਨ ਜਿਹੜਾ ਕਿ ਕੁਆਇਰ ਮਾਸਟਰ ਜਿਹਨੂੰ ਮੀਰ ਮੁਗੰਨੀ ਉਰਦੂ ਬਾਈਬਲ ਵਿੱਚ ਕਿਹਾ ਗਿਆ ਵੇ, ਜਿਹਨੂੰ ਸੰਗੀਤ ਦਲ ਦਾ ਆਗੂ ਪੰਜਾਬੀ ਜ਼ਬਾਨ ਵਿੱਚ ਕਿਹਾ ਗਿਆ ਵੇ ਔਰ ਜਿਹਨੂੰ ਜਿਹੜੀ ਹਿੰਦੀ ਦੇ ਵਿੱਚ ਉਹਨੂੰ ਕੀ ਕਿਹਾ ਗਿਆ ਵੇ ਸਿਸਟਰ ਰੀਨਾ? ਹਿੰਦੀ ਚ ਕੀ ਪ੍ਰਧਾਨ ਸੰਗੀਤ ਜਿਹੜਾ ਵੇ ਉਹਨੂੰ ਕਰਨਾ। ਅੱਛਾ ਦਿਲਚਸਪ ਗੱਲ ਹੈ ਵੀ ਸਿਰਫ ਸੰਗੀਤ ਕਰਨਾ ਨਹੀਂ ਬਲਕਿ ਵਜਾਉਣ ਵਾਲਾ ਵੀ ਔਰ ਗਾਣ ਵਾਲਾ। ਠੀਕ ਹੈ, ਦੋਵੇਂ ਟਾਈਟਲ ਜਿਹੜੇ ਦਿੱਤੇ ਗਏ ਨੇ। ਸੋ ਯਦੂਤੂਨ ਕੌਣ ਹੈ ਅਸੀਂ ਪਿਛਲੀ ਐਪੀਸੋਡ ਵਿੱਚ ਗੱਲ ਕੀਤਾ ਵੀ ਲੇਕਿਨ ਮੈਂ ਸਿਰਫ ਰਿਵਿਊ ਦੇਣ ਲੱਗਾ ਵਾਂ ਥੋੜਾ ਜਿਹਾ ਤਾਂ ਕਿਉਂਕਿ ਇਹ ਸੈਪਰੇਟ ਐਪੀਸੋਡ ਹੈ ਜਿਹੜੀ ਜ਼ਬੂਰ 62 ਤੇ ਫੋਕਸ ਕਰ ਰਹੀ ਹੈ। ਯਦੂਤੂਨ ਦਾ ਨਾਂ ਜਿਹੜਾ ਵੇ ਉਹ 3 ਜ਼ਬੂਰਾਂ ਤੇ ਆਇਆ ਵੇ ਜੀ। 3 ਜ਼ਬੂਰ ਕਿਹੜੇ ਕਿਹੜੇ ਨੇ? ਜ਼ਬੂਰ 39 ਜਿਹੜਾ ਅਸੀਂ ਪਿਛਲੇ ਕੀਤਾ ਵੇ, ਜ਼ਬੂਰ 62 ਜਿਹੜਾ ਅਸੀਂ ਅੱਜ ਕਰਨ ਰਹੇ ਹਾਂ ਤੇ ਜ਼ਬੂਰ 77 ਜਿਹੜਾ ਆਸਫ ਦਾ ਜ਼ਬੂਰ ਸੀ ਔਰ ਉਹ ਜ਼ਬੂਰ ਅਸੀਂ ਆਲਰੇਡੀ ਆਸਫ ਦੀ ਸੀਰੀਜ਼ ਵਿੱਚ ਖਤਮ ਕਰ ਚੁੱਕੇ ਹਾਂ। ਸੋ ਇਸ ਲਈ ਅਸੀਂ ਉਹਦੇ ਤੇ ਨਹੀਂ ਜਾਵਾਂਗੇ। ਸੋ ਅੱਜ ਅਸਲ ਵਿੱਚ ਯਦੂਤੂਨ ਦੇ ਤੌਰ ਤੇ ਜਿਹੜਾ ਜ਼ਬੂਰ ਹੈ ਉਹਦਾ ਅੱਜ ਆਖਰੀ ਦਿਨ ਹੈ। ਲਿਹਾਜ਼ਾ ਯਦੂਤੂਨ ਜਦੋਂ ਅਸੀਂ ਮੀਰ ਮੁਗੰਨੀ ਦੀ ਸੰਗੀਤ ਦਲ ਦੇ ਆਗੂ ਲਈ ਜਾਂ ਅਸੀਂ ਪ੍ਰਧਾਨ ਗਾਣ ਵਾਲੇ ਬਾਰੇ ਜਦੋਂ ਗੱਲ ਕਰਨੇ ਆ ਤੇ ਇਹ ਜਿਹੜਾ ਵੇ 3 ਬੰਦੇ ਹਨ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਬਾਈਬਲ ਮੁਕੱਦਸ ਦੇ ਵਿੱਚ ਜਿਹੜੇ ਕਿ ਪ੍ਰਧਾਨ ਗਾਣ ਵਾਲੇ ਜਾਂ ਸੰਗੀਤ ਦਲ ਦੇ ਆਗੂ ਸਨ। ਯਦੂਤੂਨ ਦਾ ਨਾਂ ਆਇਆ ਵੇ, ਆਸਫ ਦਾ ਨਾਂ ਆਇਆ ਵੇ ਤੇ ਹਿਮਾਨ ਇਜ਼ਰਾਖੀ ਦਾ ਨਾਂ ਆਇਆ ਵੇ। ਹਿਮਾਨ ਨੂੰ ਅਸੀਂ ਨੈਕਸਟ ਵੀਕ ਡਿਸਕਸ ਕਰਾਂਗੇ ਲੇਕਿਨ ਮੇਨ ਜਿਹੜਾ ਇੰਪੋਰਟੈਂਟ ਅੱਜ ਬੰਦਾ ਜਿਹਨੂੰ ਅਸੀਂ ਡਿਸਕਸ ਕਰ ਰਹੇ ਹਾਂ ਉਹ ਵੀ ਯਦੂਤੂਨ। ਯਦੂਤੂਨ ਦਾ ਨਾਂ ਕੰਪਾਊਂਡ ਨੇਮ ਹੈ ਯਦੂ ਐਂਡ ਤੋਨ। ਯਦੂ ਜਿਹੜਾ ਲਫ਼ਜ਼ ਹੈ ਦਿਸ ਇਜ਼ ਫਰਮ ਯਾਦਾ ਹਿਬਰੂ ਵਰਡ ਔਰ ਹਿਬਰੂ ਵਰਡ ਯਾਦਾ ਦਾ ਮਤਲਬ ਹੈ ਟੂ ਪ੍ਰੇਜ਼ ਗॉड, ਖੁਦਾਵੰਦ ਦੀ ਹਮਦੋ ਸਨਾ ਕਰਨਾ। ਸੋ ਯਦੂਤੂਨ ਦੇ ਨਾਂ ਦਾ ਮਤਲਬ ਕੀ ਬਣਿਆ? ਦ ਪ੍ਰੇਜ਼ਿੰਗ ਆਫ ਗॉड, ਖੁਦਾ ਦੀ ਹਮਦੋ ਸਨਾ, ਖੁਦਾ ਦੀ ਬੰਦਗੀ, ਖੁਦਾ ਦੀ ਜਿਹੜਾ ਤਮਜੀਦ ਕਰਨ ਵਾਲਾ ਬੰਦਾ ਜਿਹੜਾ। ਸੋ ਅਸੀਂ ਜਦੋਂ ਪੜ੍ਹਨੇ ਆ ਪ੍ਰੋਫਾਈਲ ਕਰਨੇ ਆ ਜਦੋਂ ਯਦੂਤੂਨ ਦੇ ਨਾਂ ਦਾ ਤੇ ਸਾਡੇ ਸਾਹਮਣੇ 3 ਮੇਜਰ ਹਵਾਲਾ ਜਾਤ ਨੇ ਜਿਨ੍ਹਾਂ ਤੋਂ ਅਸੀਂ ਯਦੂਤੂਨ ਦੇ ਪ੍ਰੋਫਾਈਲ ਨੂੰ ਜਾਂ ਉਹਦੀ ਲਾਈਫ ਦੇ ਉੱਤੇ ਅਸੀਂ ਵੇਖ ਸਕਦੇ ਹਾਂ ਕਿ ਉਹ ਕੀ ਕਰਦਾ ਸੀ। ਪਹਿਲਾ ਰੈਫਰੈਂਸ ਜਿਹੜਾ ਵੇ ਉਹ ਵੇ ਪਹਿਲਾ ਤਵਾਰੀਖ ਜਾਂ ਪਹਿਲਾ ਇਤਿਹਾਸ ਔਰ ਉਹਦਾ 16 ਬਾਬ ਉਹਦੀ 37 ਆਇਤ ਦੇ ਵਿੱਚ ਸੀ ਜਿਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਯਦੂਤੂਨ ਔਰ ਉਹਦੇ ਭਰਾਵਾਂ ਨੂੰ ਔਰ ਲਾਵੀਆਂ ਨੂੰ ਖੁਦਾ ਨੇ ਬਾਈ ਨੇਮ ਕਾਲਡ ਕੀਤਾ ਸੀ ਮਿਊਜ਼ਿਕ ਮਿਨਿਸਟਰੀ ਵਾਸਤੇ। ਕਿਉਂ ਮਿਊਜ਼ਿਕ ਲਈ ਅਸੀਂ ਕਿਉਂ ਯਦੂਤੂਨ ਤੇ ਗੌਰ ਕਰਨ ਰਹੇ ਹਾਂ? ਕਿਉਂਕਿ ਸਾਨੂੰ ਇਹ ਲੱਗਦਾ ਵੇ ਕਿ ਬਾਈਬਲ ਮੁਕੱਦਸ ਦੇ ਵਿੱਚ ਖੁਦਾ ਮੌਸੀਕੀ ਨੂੰ ਮਿਊਜ਼ਿਕ ਨੂੰ ਬੜਾ ਸੀਰੀਅਸਲੀ ਲੈਂਦਾ ਵੇ। ਇਸੇ ਲਈ ਖੁਦਾ ਨੇ ਦਾਊਦ ਨਬੀ ਦੇ ਵਸੀਲੇ ਮੂਸਾ ਦੀ ਜਿਹੜੀ ਖੈਮਾ ਸੀ ਦੈਟ ਵਾਸ ਸਾਇਲੈਂਸ ਵਰਸ਼ਿਪ, ਲੇਕਿਨ ਦਾਊਦ ਨੇ ਜਿਹੜਾ ਖੈਮਾ ਬਣਾਇਆ ਔਰ ਉਹਦੇ ਬਾਅਦ ਜਦੋਂ ਉਹਨੇ ਟੈਂਪਲ ਡਿਜ਼ਾਈਨ ਕੀਤਾ ਦੈਟ ਵਾਸ ਮੋਰ ਸਾਊਂਡਫੁਲ ਐਂਡ ਵੌਇਸਫੁਲ ਜਿਹੜੀ ਸੀ ਉਹ ਇਬਾਦਤ ਸੀ। ਲੇਕਿਨ ਲਾਵੀ ਜਿਹੜੇ ਹਨ ਯਦੂਤੂਨ ਲਾਵੀਆਂ ਦੇ ਘਰਾਣੇ ਚੋਂ ਸੀ ਔਰ ਲਾਵੀਆਂ ਦੇ ਘਰਾਣੇ ਦੇ ਵਿੱਚੋਂ ਜਿਹੜਾ ਇਹਨਾਂ ਦਾ ਕੰਮ ਸੀ ਜਾਂ ਖਿਦਮਤ ਸੀ ਉਹਨੂੰ ਜਾਣਨਾ ਬੜਾ ਜ਼ਰੂਰੀ ਹੈ ਕਿ ਉਹਨਾਂ ਦਾ ਟਾਈਮ ਸਪੈਨ ਕੀ ਹੁੰਦਾ ਸੀ। ਠੀਕ ਹੈ, ਬੜਾ ਦਿਲਚਸਪ ਇੱਕ ਹਵਾਲਾ ਜਿਹੜਾ ਮੈਂ ਪਿਛਲੇ ਪ੍ਰੋਗਰਾਮ ਵਿੱਚ ਭੁੱਲ ਗਿਆ ਦੱਸਣਾ ਜਾਂ ਉਹਨੂੰ ਇੰਗੇਜ ਨਹੀਂ ਕੀਤਾ।
ਉਹ ਵੇ ਅਗਰ ਤੁਸੀਂ ਖਰੂਜ ਦੀ ਕਿਤਾਬ ਕੱਢੋਗੇ ਨਾ, ਉਹਨੂੰ ਮੈਂ ਤੁਹਾਡੇ ਸਾਹਮਣੇ ਪੜ੍ਹ ਦੇਣਾ ਜਲਦੀ ਤਾਂ ਕਿ ਅਸੀਂ ਟਾਈਮ ਸੇਵ ਕਰ ਸਕੀਏ ਅੱਜ ਲਈ। ਬਲਕਿ ਨੰਬਰ ਗਿਣਤੀ ਦੀ ਕਿਤਾਬ ਜਿਹੜੇ ਬੁੱਕ ਆਫ ਨੰਬਰਸ ਹੈ, ਉਹਦਾ ਜਿਹੜਾ 8ਵਾਂ ਬਾਬ ਹੈ, 8ਵੇਂ ਬਾਬ ਦੀ 22 ਤੋਂ ਆਇਤ ਜਦੋਂ ਅਸੀਂ ਪੜ੍ਹਦੇ ਹਾਂ ਨਾ, 22 23 ਤੇ 24 ਆਪਣਾ 23 24 ਤੇ 25 ਆਇਤ ਐਕਚੁਅਲੀ ਤੁਸੀਂ ਵੇਖੋਗੇ ਕਿ ਉੱਥੇ ਲਾਵੀਆਂ ਦੀ ਟਾਈਮ ਫਰੇਮ ਦੱਸਿਆ ਗਿਆ ਵੇ ਕਿ ਲਾਵੀ ਕਿਹੜੀ ਉਮਰ ਤੋਂ ਲੈ ਕੇ ਤੇ ਕਿਹੜੀ ਉਮਰ तक खिदमत कर सकते हैं। ठीक है, अच्छा जी। लिखा फिर खुदावंद ने मूसा से कहा, 23 आयत पढ़ने लगा मैं, गिनती की किताब 8वां बाब 23 आयत। फिर खुदावंद ने मूसा से कहा कि लावियों के मुतालिक जो बात है वो ये है, जरा ध्यान नाल सुनियो जी, जेडे सीटा माल के बैठे रहंदे ना, बुढ़े हो जांदे ने, कबरां च लत्तां टका के बहंदे ने ते ओहदे नहीं छड्डदे। ठीक है ना, जरा ध्यान नाल सुनो जरा की थे काम की खुदा कह रहे थे कि 25 वर्ष से लेकर उससे ऊपर की उम्र में वो खैमाए इज्तिमा की खिदमत के काम के लिए अंदर हाजिर हुआ करें। कितनी उम्र तो लैके जी 25 साल तो लैके उदों कितनी उम्र तक उत्ते उत्ते, यानी अगले 25 साल, क्योंकि 25 आयत कह रही है, और जब 50 वर्ष के हों तो फिर उस काम के लिए ना आए और ना खिदमत करें। ठीक है, सो एक्चुअल जॉब उदों पहला 25 साल की करते हैं, ਉਦੋਂ ਪਹਿਲਾਂ 25 ਸਾਲ ਉਹਨਾਂ ਦੀ ਟ੍ਰੇਨਿੰਗ ਸੀ। ਅਸੀਂ ਪੜ੍ਹਦੇ ਆ ਜਦੋਂ ਤੋਨ ਦੇ ਲਾਈਫ ਦੇ ਵਿੱਚੋਂ ਕਿ ਉਹ ਸਾਰੇ ਜਿੰਨੇ ਹਨ ਤਵਾਰੀਖ ਤੇ 25 ਬਾਬ ਦੇ ਵਿੱਚ, they were all trained in a same master musician, in a same module, in a same curriculum to serve in a musical ministry। ਪਹਿਲੇ 25 ਸਾਲ ਉਹਨਾਂ ਦੇ ਕੀ ਹੋਣੀ ਹੈ? ਟ੍ਰੇਨਿੰਗ। ਓਕੇ, ਅਗਲੇ 25 ਸਾਲ ਉਹਨਾਂ ਨੇ ਖਿਦਮਤ ਲਈ ਕਿੱਥੇ ਆਉਣਾ ਵੇ? ਅੰਦਰ। ਜਿਵੇਂ 50 ਸਾਲ ਦਾ ਹੋਇਆ ਤਾਂ ਖਿਦਮਤ ਤੋਂ ਕਿੱਥੇ? अच्छा, ਇਹਦਾ ਮਤਲਬ ਹੈ ਨਹੀਂ ਕਿ ਉਹਨੂੰ ਛੱਡ ਦਿੰਦੇ ਹਨ। नो 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 नो, बल्कि ਕੀ ਹੁੰਦਾ ਸੀ ਅੱਗੇ ਕੀ ਲਿਖਿਆ ਵੇ? बल्कि खैमा इज्तिमा में अपने भाइयों के साथ निगहबानी के काम में मशगूल रहें। यानी ਉਹਨਾਂ ਦੀ ਜਿਹੜੀ ਐਕਟਿਵ ਅੰਦਰ ਮਿਨਿਸਟਰੀ ਸੀ ਉਹਦੇ ਤੋਂ ਉਹ ਰਿਟਾਇਰ ਹੋ ਗਏ ਨੇ, ਉਹਨਾਂ ਦੀ ਮਿਨਿਸਟਰੀ ਹੁਣ ਸਵਿਚ ਹੋ ਗਈ ਹੈ ਤਾਂ ਕਿ ਉਹ ਹੁਣ ਬਾਹਰ ਹੈਕਲ ਤੇ ਬਾਹਰ ਜਿਹੜਾ ਨਾ ਖੈਮਾ ਇਜਤਮਾ ਜਿੱਥੇ ਲੱਗਦਾ ਸੀ, ਉਦੋਂ ਬਾਹਰ ਹੈਕਲ ਤਾਂ ਖੈਰ ਉਦੋਂ ਨਹੀਂ ਬਣੀ, ਖੈਮਾ ਜਿਹੜਾ ਸੀ ਜਿੱਥੇ ਜਮਾ ਹੁੰਦੇ ਹਨ, ਉਹ ਖੈਮੇ ਤੋਂ ਬਾਹਰ ਯਾਨੀ ਖੁਦਾ ਦੀ ਹਜ਼ੂਰੀ 'ਚ ਖਿਦਮਤ ਐਕਟਿਵ ਨਹੀਂ ਹਨ ਕਰ ਸਕਦੇ, ਲੇਕਿਨ ਉਹ ਐਜ਼ ਅ ਰਿਟਾਇਰਡ ਪਰਸਨ ਹੁੰਦਿਆਂ ਹੋਇਆਂ ਉਹ ਨਿਗਹਬਾਨੀ ਦੇ ਕੰਮ ਜਿਹੜਾ ਬਾਹਰ ਦਾ ਕੰਮ ਸੀ ਨਾ ਉਹ ਕਰ ਸਕਦੇ ਨੇ। ਉਹਦੀ ਰੀਜ਼ਨ ਕੀ ਸੀ? ਤਾਂ ਕਿ ਖੁਦਾ ਦੀ ਖਿਦਮਤ ਲਈ ਹਮੇਸ਼ਾ ਫਰੈਸ਼ ਬਲੱਡ, ਫਰੈਸ਼ ਆਈਡੀਆਜ਼, एक्टिव बंदे ने ना वो हमेशा की रहन, वो उनदे नाल सर्कल जारी रहे, वन जनरेशन टू नेक्स्ट जनरेशन। तुसी देखोगे बार बार खुदा और मूसा भी कहंदा वे तू अपनी औलाद को, तू नेक्स्ट जनरेशन नु, तू आने वाली पीढ़ी नु, ज़बूर भी भरया पिया वे, एक पीढ़ी खुदावंद दी हमद करेगी, दूजी पीढ़ी नु खबर दी जाएगी। ओ भाई पहली पीढ़ी जगह नहीं छड़नी ते तुसी नवी पीढ़ी किथों लैके आओगे? ठीक है ना। वो किसी बंदे ने एक शेर लिखा सोशल मीडिया ते कलिया, उन्हें क्या भाई अगर तुमसे नहीं होता तो उतर क्यों नहीं जाते? ये कुर्सी है तुम्हारा, कोई जनाजा तो नहीं है ना, तो उतर नहीं सकते। ठीक है ना। सो लोग तो मिलणगे, खिदमत मिनिस्ट्री के बड़े लोग तो मिलणगे। एक बार कोई बंदा चेयरमैन बन गया, एक बार कोई बंदा पास्टर बन गया, एक बार कोई बंदा बिशप बन गया, एक बार कोई बंदा जनाब बस किसी सीट से बह ना जाए, वो जिन्ने चਿਰ तक उन्हें मरना नहीं ना उन्हें उतरना नहीं। सो लावियां दे बारे च खुदा दा कलाम क्लीयर कट दसदा वे कि 25 साल तक वो एक्टिव मिनिस्ट्री करनगे अंदर खैमे दे विच, और 25 साल तो बाद वो खैमे तो किथे करनगे? बाहर खिदमत करनगे। ठीक है जी। सो एर सानू नजर आउंदा वे लावियां दे बारे जिहदे विच यदूतून भी शामिल सी। यदूतून वाज फ्रॉम लिविटिकल फैमिली। ठीक है जी। सो मौसीकी दी असीं गल करन लगे आ, और म्यूजिक दी खिदमत विच मैं पहला बार तुहानूं दस्सिया वे उन्हां नूं बाय नेम कॉल करके की किया सी, बुलाया गया सी, एंड देन दे वर अपॉइंटेड बाय डेविड, और जिहड़े सरदार सन, जिहड़ी कम्युनिटी दे जिहड़ी लीडरशिप सी, जिहड़ी काउंसल सी डेविड दी। ठीक है, उन्हां नूं अपॉइंट कीता बाय नेम। नंबर 2, they were called to serve, मतलब वो ऐसे नहीं हम बुलाया गया कि परफॉर्म करन, they were called to serve। इसलिए पहले 25 साल तक स्ट्रिक्ट ट्रेनिंग होंदी सी। तवारीख 9वें बाब दी 33 आयत दस्सिया वे कि खुदावंद दी सुबह और शाम शुक्रगुजारी हमदो सना करन, गान दे वसीले, वजान दे वसीले, और तीसरी जेडी इंपॉर्टेंट मिनिस्ट्री सी उसी प्रोफेसी दे वसीले। खुदा दा कलाम उन्हां दे कोल पहुंचदा सी, खुदा उन्हां नाल गुफ्तगू करदा सी, मुकाशफा खुदा अता करदा सी उन्हां नूं जो खुदा दी खिदमत करन। तीसरी चीज हां वेखिए कि ਉਹ ਸਾਜ਼ ਵਜਾਉਂਦੇ ਹਨ। 25 ਬਾਬ ਦੀ ਪਹਿਲੀ ਆਇਤ ਜਿਹੜੀ ਹੈ, ਉਹਦੇ ਬਾਅਦ ਜਦੋਂ 25 ਬਾਬ ਦੀ 6ਵੀਂ ਆਇਤ ਪੜ੍ਹਦੇ ਆ, ਪਹਿਲਾ ਤਵਾਰੀਖ ਉੱਥੇ ਲਿਖਿਆ ਵੇ ਕਿ ਉਹ 24 ਆਵਰ ਕੋਠੜੀਆਂ ਜਿਹੜੀਆਂ ਸਨ ਹੈਕਲ ਦੇ ਵਿੱਚ ਉੱਥੇ ਹੀ ਰਹਿੰਦੇ ਹਨ,
ਉਹ ਕਿਤੇ ਹੋਰ ਨਹੀਂ ਹਨ ਜਾਂਦੇ, ਦੇ ਵਰ ਫੁੱਲ ਟਾਈਮ, ਉਹਨਾਂ ਹੋਰ ਕੋਈ ਕੰਮ ਨਹੀਂ ਕਰਨਾ, ਦਿਨ ਰਾਤ ਉਹ ਮਸ਼ਗੂਲ ਰਹਿੰਦੇ ਹਨ। ਜਿਵੇਂ ਅਸੀਂ ਮੌਸੀਕੀ ਦੇ ਘਰਾਣਿਆਂ ਦੇ ਬਾਰੇ ਪੜ੍ਹਦੇ ਹਾਂ, ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਘਰਾਣੇ ਨੇ, ਪਟਿਆਲਾ ਘਰਾਣਾ, ਪੰਜਾਬ ਘਰਾਣਾ ਤਬਲੇ ਦਾ, ਸ਼ਾਮ 84 ਘਰਾਣਾ ਵਿੱਚ ਹੋਰ ਘਰਾਣੇ ਸਾਡੇ ਕੋਲ ਮੌਜੂਦ ਨੇ। ਉਹ ਫੈਮਲੀ ਜਿਹੜੀਆਂ ਸਨ ਉਹ ਰਾਜਾ ਮਹਾਰਾਜਾ ਦੇ ਦਰਬਾਰਾਂ ਦੇ ਵਿੱਚ ਉਹਨਾਂ ਨੂੰ ਸਟਾਈਪਨ ਮਿਲਦਾ ਸੀ, ਉਹਨਾਂ ਦੀ ਸਪੋਰਟ ਹੁੰਦੀ ਸੀ, ਉਹਨਾਂ ਦੇ ਘਰ ਹੁੰਦੇ ਹਨ ਔਰ ਉਹਨਾਂ 'ਚ ਹੋਰ ਦੂਜਾ ਕੋਈ ਕੰਮ ਨਹੀਂ ਕਰਦਾ। ਇਸ ਲਈ ਘਰਾਣੇ ਡਿਵੈਲਪ ਹੁੰਦੇ ਸਨ, ਠੀਕ ਹੈ। ਉਦੋਂ ਪਹਿਲਾਂ ਘਰਾਣੇ ਡਿਵੈਲਪ ਨਹੀਂ ਹੁੰਦੇ। ਗਵਾਲੀਅਰ ਘਰਾਣਾ ਜਿਹੜਾ ਸੀ, ਜਿਵੇਂ ਉਹਦਾ ਤਾਨਸੇਨ ਦਾ ਘਰਾਣਾ ਜਿਹੜਾ ਸੀ, ਗਵਾਲੀਅਰ ਘਰਾਣਾ, ਠੀਕ ਹੈ ਨਾ। ਸੋ ਅਸੀਂ ਵੇਖਦੇ ਹਾਂ ਕਿ ਸਾਰੇ ਘਰਾਣੇ ਡਿਵੈਲਪ ਹੋਏ। ਚੌਥੀ ਜਿਹੜੀ ਚੀਜ਼ ਆਪਾਂ ਪੜ੍ਹੀਏ, ਫੁੱਲ ਟਾਈਮ ਮਿਨਿਸਟਰੀ ਸੀ ਉਹਨਾਂ ਦੀ। ਪੰਜਵੀਂ ਚੀਜ਼ ਜਿਹੜੀ ਆਪਾਂ ਪੜ੍ਹੀ ਸੀ, ਪੈਡਾਗੋਜੀਕਲ ਔਰ ਉਹ ਫਿਊਚਰ ਜਨਰੇਸ਼ਨ ਨੂੰ ਕੀ ਕਰਦੇ ਹਨ, ਤਿਆਰ ਕਰਦੇ ਹਨ, ਠੀਕ ਹੈ। ਉਸ ਨੌਲੇਜ ਨੂੰ, ਉਸ ਇਲਮ ਨੂੰ, ਉਸ ਸਟਰਕਚਰ ਨੂੰ, ਉਸ ਕਰਿਕੂਲਮ ਨੂੰ ਫੋਲੋ ਕਰਦੇ ਹੋਇਆ ਦੇ ਪ੍ਰੀਪੇਅਰ ਨੈਕਸਟ ਜਨਰੇਸ਼ਨ। ਸੋ ਅਸੀਂ ਵੇਖਦੇ ਹਾਂ ਜੀ ਕਿ ਜਿਹੜੇ ਜੈਦੂਤੂਨ ਜਿਹੜਾ ਸੀ, ਸੋ ਹੀ ਵਾਜ਼ ਅ ਮਿਊਜ਼ੀਸ਼ੀਅਨ, he was a minister, but he was a prophet. So ਇਹਦਾ ਮਤਲਬ ਹੈ ਕਿ ਮੌਸੀਕੀ ਦਾ ਔਰ ਨਬੂਵਤ ਦਾ ਬੜਾ ਗਹਿਰਾ ਰੋਲ ਹੈ ਜੀ, ਠੀਕ ਹੈ। mostly prophets were musician and artist. ਖੁਦਾ ਨੇ ਹਮੇਸ਼ਾ ਆਰਟ ਨੂੰ, ਮਿਊਜ਼ਿਕ ਨੂੰ, ਪੋਇਟਰੀ ਨੂੰ ਖੁਦਾ ਨੇ ਇਸਤੇਮਾਲ ਕੀਤਾ ਵੇ ਆਪਣੇ ਮੁਕਾਸ਼ਫਾਤ ਦੇਣ ਦੇ ਲਈ। ਸੋ ਇਸ ਲਈ ਇਹਨਾਂ ਲਾਵੀਆਂ ਜਿਹੜੇ ਮਿਊਜ਼ੀਸ਼ੀਅਨ ਜਿਹੜੇ ਸਨ, ਇਹਨਾਂ ਦਾ ਬੜਾ ਅਹਿਮ ਕਿਰਦਾਰ ਸੀ। they always receive fresh vision, they always received fresh word from God, ਔਰ ਉਹ ਲੋਕਾਂ ਨੂੰ ਮਿਲਦਾ ਹੁੰਦਾ ਸੀ ਔਰ ਲੋਕੀ ਉਹਨੂੰ ਲੈਂਦੇ ਹਨ। ਸੋ ਅਸੀਂ ਵੇਖਦੇ ਹਾਂ ਜੀ 2 ਵੇ। ਨੰਬਰ 1 ਖੁਦਾ ਪ੍ਰੋਫਸੀ ਦਿੰਦਾ ਸੀ, ਯਾਨੀ ਐਰੋ ਥੱਲੇ ਆਉਂਦਾ ਪਿਆ ਉੱਤੋਂ ਅਸਮਾਨ ਵੱਲੋਂ, ਖੁਦਾ ਪ੍ਰੋਫਸੀ ਦਿੰਦਾ ਸੀ, ਟੈਕਸਟ ਦਿੰਦਾ ਸੀ। ਉਸ ਟੈਕਸਟ ਨੂੰ ਜਿਹੜੇ ਲਾਵੀਆਂ ਦੇ ਘਰਾਣੇ ਦੇ ਟ੍ਰੇਨਡ ਮਿਊਜ਼ੀਸ਼ੀਅਨਸ ਐਂਡ ਸਕਿਲਡ, ਦੇ ਕੰਪੋਜ਼ ਇਟ ਇਨ ਅ ਮਿਊਜ਼ੀਕਲ ਐਂਡ ਆਰਟਿਸਟਿਕ ਵੇ, ਐਂਡ ਦੈਨ ਦੇ ਹੈਲਪ ਦਾ ਹੋਲ ਕੰਗਰੀਗੇਸ਼ਨ। ਔਰ ਉਹ ਕੰਗਰੀਗੇਸ਼ਨ ਇਹਨਾਂ ਲਾਵੀਆਂ ਦੇ ਮਿਊਜ਼ੀਸ਼ੀਅਨ ਦੇ ਨਾਲ ਮਿਲ ਕੇ, ਗਵਈਆਂ ਦੇ ਨਾਲ ਰਲ ਕੇ ਉਹ ਹਮਦੋ ਸਨਾ ਨੂੰ ਟਿਊਨ ਦੇ ਵਸੀਲੇ ਵਾਪਸ ਖੁਦਾ ਦੇ ਕੀ ਜਾਂਦੀ ਸੀ, ਉਹਨੂੰ ਵਾਪਸ ਲਟਾਉਂਦੀ ਸੀ। ਸੋ ਅਸੀਂ ਵੇਖਦੇ ਹਾਂ ਕਿ ਇਟਸ ਅ 2 ਵੇ ਪ੍ਰੋਸੈਸ ਆਲਵੇਜ਼। ਪ੍ਰੋਫੈਸੀ, text and tune always goes together, and that's how the church built. Now ਅਸੀਂ ਵੇਖਦੇ ਹਾਂ ਜੀ ਕਿ ਇਹਦੇ ਵਿੱਚ ਜਿਹੜਾ ਕਮਿਊਨਿਟੀ ਦਾ ਰੋਲ ਕੀ ਸੀ, ਜਦੋਂ ਤੂਨ ਔਰ ਬਾਕੀ ਘਰਾਣਿਆਂ ਦਾ ਕਮਿਊਨਿਟੀ ਦਾ ਰੋਲ ਮੇਰੇ ਚੀਜ਼ ਹੋਇਆ ਸੀ ਕਿ ਕਮਿਊਨਿਟੀ ਨੇ ਉਹਨਾਂ ਨੂੰ ਸੈਪਰੇਟ ਕੀਤਾ, ਕਾਲ ਕੀਤਾ, ਕਮਿਊਨਿਟੀ ਨੇ ਉਹਨਾਂ ਨੂੰ ਸਪੋਰਟ ਕੀਤੀ। ਸੋ ਬਾਕੀ ਜਿਹੜੇ 11 ਕਬੀਲੇ ਹਨ, ਬਾਦਸ਼ਾਹ ਜਾਂ ਬਾਕੀ ਲੋਕ ਸਨ, ਉਹ ਉਹਨਾਂ ਫੁੱਲ ਟਾਈਮ ਮਿਨਿਸਟਰਸ ਨੂੰ ਕੀ ਕਰਦੇ ਸਨ, ਸਪੋਰਟ ਕਰਦੇ ਹਨ, ਠੀਕ ਹੈ, ਤਾਂ ਕਿ ਉਹਨਾਂ ਦੀ ਲਾਈਫ ਚੱਲਦੀ ਰਹੇ। ਸੋ ਅਸੀਂ ਵੇਖਦੇ ਜੀ ਕਿ ਜਿਹੜਾ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਖੁਦਾ ਦਾ ਕਮਿਊਨੀਕੇਸ਼ਨ ਜਿਹੜਾ ਅਸੀਂ ਵੇਖਦੇ ਹਾਂ, ਖੁਦਾ ਕਮਿਊਨੀਕੇਟ ਕਰਦਾ ਸੀ ਇਹਨਾਂ ਦੇ ਵਸੀਲੇ ਨਾਲ, ਔਰ ਇਹਨਾਂ ਜਿਹੜੇ ਮਿਊਜ਼ੀਸ਼ੀਅਨ ਸਨ, ਇਹਨਾਂ ਦੇ ਵਸੀਲੇ ਖੁਦਾ ਦੀ ਖਿਦਮਤ ਜਿਹੜੀ ਸੀ ਉਹ ਅੱਗੇ ਵੱਧਦੀ ਸੀ। ਸੋ ਇਹ ਅਸੀਂ ਵੇਖਿਆ ਵੇ ਕਿ ਯਦੂਤੂਨ ਜਿਹੜਾ ਸੀ ਉਹਨੂੰ ਖੁਦਾ ਨੇ ਮੀਰ ਮੁਗੰਨੀ, ਚੀਫ ਮਿਊਜ਼ੀਸ਼ੀਅਨ ਜਾਂ ਮਿਊਜ਼ੀਕਲ ਮਾਸਟਰ ਬਣਾਇਆ, ਤਾਂ ਕਿ ਹੈਕਲ ਦੇ ਵਿੱਚ ਜਿਹੜੀ ਸੀ ਉਹ ਖਿਦਮਤ ਕੀਤੀ ਜਾ ਸਕੇ। ਯਾਦ ਰੱਖੋ, ਯਦੂਤੂਨ ਨੇ ਆਪੀ ਜ਼ਬੂਰ, ਉਹਦਾ 150ਵਾਂ ਜ਼ਬੂਰ ਵਿੱਚ ਕੋਈ ਵੀ ਨਹੀਂ ਹੈ। ਜ਼ਬੂਰ 62 ਜਿਹੜਾ ਵੇ ਇਹਦਾ ਰਾਈਟਰ ਦਾਊਦ ਹੈ, और दाऊद ने ਅਸੀਂ पढ़ने सबनामा मीर मुगन्नी के लिए यदूतून के तौर पर दाऊद का मज़मूर, ठीक है। अच्छा, दिलचस्प गल है वे चार्ल्स स्पर्जन और मेरे ख्याल है जॉन कैल्विन, ये 2 बड़े मशहूर हिस्टोरियन ਜਿਹੜੇ ਗੁਜ਼ਰੇ ਨੇ, थियोलॉजियन, ਉਹਨਾਂ ਦਾ ਖਿਆਲ ਹੈ ਵੇ ਕਿ ਮੀਰ ਮੁਗੰਨੀ ਬਾਜ਼ ਔਕਾਤ ਇਸ਼ਾਰਾ ਜਿਹੜਾ ਵੇ ਨਾ ਉਹ ਖੁਦਾ ਲੈ, ਮਤਲਬ ਗॉड इज अ चीफ आर्टिस्ट, गॉड इज अ चीफ म्यूजिशियन। ਖੁਦਾ ਜਿਹੜਾ ਵੇ ਨਾ ਐਕਚੁਅਲੀ ਉਹ ਸਾਰੇ ਲੋਕਾਂ ਨੂੰ ਚੁੱਕ ਕੇ ਕ੍ਰੀਏਟੀਵਿਟੀ ਦਿੰਦਾ ਵੇ। ਔਰ ਅਸੀਂ ਵੇਖਦੇ ਹਾਂ ਜਦੋਂ ਖੁਦਾ ਦੀ ਗੱਲ ਹੁੰਦੀ ਹੈ, ਸਾਨੂੰ ਪਤਾ ਲੱਗਦਾ ਹੈ ਕਿ ਅਯੂਬ ਦੀ ਕਿਤਾਬ ਸਾਨੂੰ 35 ਬਾਬ 10ਵੀਂ ਆਇਤ ਦੱਸਦੀ ਹੈ ਕਿ ਖੁਦਾ ਕੇ ਸਿਤਾਰੇ, ਖੁਦਾ ਦੇ ਬੇਟੇ ਸੁਬਹ ਖੁਸ਼ੀ ਸੇ ਕਿਆ ਕਰਤੇ ਥੇ, ਲਲਕਾਰਤੇ ਥੇ। ਸੋ ਅਸੀਂ ਵੇਖਦੇ ਹਾਂ ਕਿ ਹਿਜ਼ਕੀਅਲ 28 ਬਾਬ ਸਾਨੂੰ ਦੱਸਦਾ ਵੇ ਕਿ ਮੁਕਰਬ ਕਰੂਬੀ ਜਿਹੜਾ ਸੀ ਖੁਦਾ ਦੀ ਹੈਕਲ, ਬਾਗ ਏਦਨ ਦੇ ਵਿੱਚ ਜਿਹੜੀ ਹੈਕਲ ਸੀ, ਉਹ ਹੈਕਲ ਦੇ ਵਿੱਚ ਮੁਕਰਬ ਕਰੂਬੀ ਜਿਹੜਾ ਸੀ ਉਹ ਖੁਦਾ ਦੀ ਹਜ਼ੂਰੀ 'ਚ ਗਾਉਂਦਾ ਵਜਾਉਂਦਾ ਸੀ। ਸੋ ਅਸੀਂ ਵੇਖਦੇ ਹਾਂ ਕਿ ਮਿਊਜ਼ਿਕ ਜਿਹੜਾ ਵੇ ਐਕਚੁਅਲੀ ਇਟਸ ਅ ਡਿਵਾਈਨ ਹੈਵਨਲੀ ਗਿਫਟ, और खुदा ने जमीन ते अपनी हमदो सना वास्ते ज़बूर ਨੂੰ खुदा ने ਦਿੱਤਾ ਵੇ ਸਾਡੇ ਸਾਹਮਣੇ। ਸੋ ਅਸੀਂ ਜੀ ਜ਼ਬੂਰ 62 ਦੇ ਟੈਕਸਟ ਦੇ ਵਿੱਚ ਇਨ ਹੋਵਾਂਗੇ, ਔਰ ਮੈਂ ਜ਼ਬੂਰ 62 ਦੇ ਟੈਕਸਟ ਨੂੰ ਜਿਹੜਾ ਵੇ ਉਹ ਅੱਜ ਜਿਹੜਾ ਮੈਂ ਮੇਨ ਥੀਮ ਜਿਹੜਾ ਸੋ ਅਸੀਂ ਯਦੂਤੂਨ ਦੇ ਬਾਰੇ ਸਿੱਖ ਰਹੇ ਜੀ, ਹੂ ਵਾਜ਼ ਯਦੂਤੂਨ, ਠੀਕ ਹੈ। ਔਰ ਅਸੀਂ ਹੁਣ ਜਾ ਰਹੇ ਹਾਂ ਜੀ ਜ਼ਬੂਰ ਦੇ ਟੈਕਸਟ ਦੇ ਉੱਤੇ ਕਿ ਜ਼ਬੂਰ ਦੇ ਟੈਕਸਟ ਦਾ ਜਿਹੜਾ ਮੇਨ ਥੀਮ ਜਿਹੜਾ ਮੈਂ ਵੇਖਿਆ ਨਾ, ਅੱਜ ਮੈਂ ਜਿਹੜੀ ਨਵੀਂ ਚੀਜ਼ ਸਿੱਖੀ ਵੇਖੋ ਉਹ ਕੀ ਹੈ। ਉਹ ਹੈ ਵੇ ਅਸੀਂ ਬਾਜ਼ ਔਕਾਤ ਵੇਟਿੰਗ ਨੂੰ ਜਾਂ ਇੰਤਜ਼ਾਰ ਕਰਨ ਨੂੰ ਇਬਾਦਤ ਨਹੀਂ ਸਮਝਦੇ। ਅਸੀਂ ਸਮਝਦੇ ਇੰਤਜ਼ਾਰ ਕਰਨਾ ਅਜ਼ੀਅਤ ਹੈ, ਠੀਕ ਹੈ ਨਾ। ਇਹ ਜ਼ਬੂਰ ਔਰ ਜਦੋਂ ਫਿਰ ਮੈਂ ਧਿਆਨ ਨਾਲ ਪੜ੍ਹਿਆ ਨਾ, ਜਦੋਂ ਮੈਂ ਬਾਕੀ ਜ਼ਬੂਰਾਂ ਤੇ ਵੀ ਗਿਆ, ਤਕਰੀਬਨ ਕੋਈ ਦਰਜਨ ਤੋਂ ਜ਼ਿਆਦਾ ਜ਼ਬੂਰ ਨੇ ਜਿਨ੍ਹਾਂ ਦੇ ਵਿੱਚ ਕਹਾ ਗਿਆ ਵੇ ਜੀ ਕਿ ਖੁਦਾ ਦੇ ਮੁੰਤਜ਼ਰ ਰਹੋ, ਖੁਦਾ ਦਾ ਇੰਤਜ਼ਾਰ ਕਰੋ। ਯਾਨੀ ਇੰਤਜ਼ਾਰ ਕਰਨਾ ਵੀ ਖੁਦਾ ਦਾ ਜਿਹੜਾ ਵੇ ਉਹ ਇੱਕ ਇਬਾਦਤ ਹੈ, ਯਾਨੀ ਵੇਟਿੰਗ ਇਜ਼ ਅ ਵਰਸ਼ਿਪ। That was a new thing for me. I thought, really?
ਵੇਟਿੰਗ ਇਜ਼ ਦ ਵਰਸ਼ਿਪ। ਇਹ ਕਿਵੇਂ ਹੋ ਸਕਦਾ ਵੇ? ਅਸੀਂ ਤੇ ਕਾਲੇ ਬੜੇ ਆ, ਸਾਨੂੰ ਤੇ ਕੁਝ ਸਮਾਰਟਫੋਨਾਂ ਨੇ ਤੇ 5G ਨੇ ਤੇ ਮਾਰ ਆਪਣਾ ਇਲੈਕਟ੍ਰੋਨਿਕ ਗੱਡੀਆਂ ਨੇ ਤੇ ਮਾਰ ਜੰਬੂ ਜੈਟਾਂ ਨੇ, ਤੇ ਸਾਨੂੰ ਤਾਂ ਲੋਕਾਂ ਦੁਨੀਆ ਨੇ ਏਡਾ ਫਾਸਟ ਕੀਤਾ ਹੋਇਆ ਵੇ, ਸਾਨੂੰ ਤਾਂ ਇਹ ਲੱਗਦਾ ਜੀ ਸਾਡੇ ਮਗਰ ਨਾ ਕਿਸੇ ਨੇ ਅੱਗ ਬੰਨੀ ਹੁੰਦੀ ਉਹਦੇ ਅੰਦਰੋਂ, ਰਾਕਟ ਅੰਦਰੋਂ, ਠੀਕ ਹੈ ਨਾ। ਅਸੀਂ ਨੱਠੇ ਫਿਰਨੇ, ਸਾਨੂੰ ਅੱਗ ਲੱਗੀ ਹੁੰਦੀ, ਉਧਰ ਸ਼ੁਰਲੀ ਅੰਦਰ ਉਧਰ ਗਏ, ਸ਼ੁਰਲੀ ਅੰਦਰ ਉਧਰ ਗਏ। ਉਹ ਪਟਾਕੇ ਨਹੀਂ ਹੁੰਦੇ ਪਿੱਛੇ, ਜੇ ਜ਼ਰਾ ਕੋ ਅੱਗ ਲਾ ਲਓ ਤੇ ਇੰਜ ਉੱਡਦੀ ਫਿਰਦੀ ਹੈ, ਇੱਧਰ ਉੱਧਰ ਇਹ ਹੋ ਜਾਂਦੀ ਹੈ। ਸੋ ਸਾਡੀ ਲਾਈਫ ਤੇ ਇੰਜ ਹੋਈ ਹੈ ਕਿ ਸਾਨੂੰ ਹਰ ਚੀਜ਼ ਹੀ ਘਮਾਈ ਫਿਰਦੀ ਹੈ ਫਿਰਕੀ ਅੰਦਰੋਂ, ਠੀਕ ਹੈ ਨਾ। ਸਾਨੂੰ ਬੱਚੇ ਕਮਾਈ ਫਿਰਦੇ ਨੇ, ਸਾਨੂੰ ਕਮਾਈ ਫਿਰਦੀ ਹੈ, ਸਾਨੂੰ ਜਨਾਬ ਸਟੇਟਸ ਕਮਾਈ ਫਿਰਦਾ ਵੇ, ਸਾਨੂੰ ਬੜੀਆਂ ਚੀਜ਼ਾਂ ਸਾਨੂੰ ਸ਼ੁਰਲੀ ਅੰਗਰੂ ਕਮਾਈ ਫਿਰਦੀਆਂ ਨੇ। ਅੱਗ ਸਾਡੇ ਮਗਰ ਅਗੇ ਨਾ ਤੀਲੀ ਲਾਈ ਹੁੰਦੀ, ਅਸੀਂ ਨੱਠੇ ਭੱਜੇ ਫਿਰਨੇ ਆ। ਜਦ ਕਿ ਇਹ ਜ਼ਬੂਰ ਜਿਹੜਾ ਵੇ ਉਹ ਸਾਨੂੰ ਯਾਦ ਦਿਲਾਉਂਦਾ ਵੇ ਕਿ ਵੇਟਿੰਗ ਇਜ਼ ਆਲਸੋ ਅ ਵਰਸ਼ਿਪ। ਵਾਹ ਵਾਹ, ਇੰਟਰਸਟਿੰਗਲੀ, ਠੀਕ ਹੈ ਜੀ। ਸੋ ਹਾਊ ਦਿਸ ਵੇਟਿੰਗ ਇਜ਼ ਅ ਵਰਸ਼ਿਪ। ਇਹ ਜ਼ਬੂਰ ਦੇ ਵਿੱਚ ਤੁਸੀਂ ਵੇਖੋਗੇ ਜੀ, ਪਹਿਲੀਆਂ 2 ਆਇਤਾਂ ਜਿਹੜੀਆਂ ਨਾ ਉਹਦੇ ਚ ਦਾਊਦ ਜਿਹੜਾ ਵੇ ਨਾ, ਸਾਨੂੰ ਨਹੀਂ ਪਤਾ ਦਾਊਦ ਦਾ ਹਿਸਟੋਰੀਕਲ ਕੰਟੈਕਸਟ ਕੀ ਹੈ। ਦਾਊਦ ਦੀ ਜ਼ਿੰਦਗੀ ਅਸੀਂ ਵੇਖਦੇ ਹਾਂ ਜੀ ਕਿ ਕਦੀ ਵੀ ਆਰਾਮ, ਜਦੋਂ ਉਹ ਚਰਵਾਹਾ ਸੀ ਨਾ, ਉਦੋਂ ਬੱਚਾ ਸੀ, ਹਲੇ ਲੜਕਾ ਸੀ, ਉਦੋਂ ਤੇ ਬੜੇ ਆਰਾਮ ਨਾਲ ਰਹਿੰਦਾ ਸੀ, ਘਰ ਛੋਟਾ ਸੀ ਸਾਰਿਆਂ ਨਾਲੋਂ, ਭੇਡਾਂ ਚੜਾ ਹਰੀਆਂ ਤੇ ਮਾਰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਲਿਆ, ਠੀਕ ਹੈ। ਲੇਕਿਨ ਜਦੋਂ ਉਹ ਸਾਊਲ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚਦਾ ਵੇ ਨਾ, ਉਹਦੀ ਲਾਈਫ ਦੇ ਕ੍ਰਾਈਸਿਸ ਕੀ ਹੋ ਜਾਂਦੇ ਨੇ, ਸ਼ੁਰੂ ਹੋ ਜਾਂਦੇ ਨੇ, ਠੀਕ ਹੈ ਨਾ। ਅਸੀਂ ਵੇਖਦੇ ਜੀ ਕਿ ਸਾਊਲ ਔਰ ਤੋਂ ਪਰੇਸ਼ਾਨ ਹੋ ਗਿਆ, ਉਹਦੇ ਸਟੇਟਸ ਤੋਂ, ਉਹਦੀ ਮਿਨਿਸਟਰੀ ਤੋਂ। ਜਿੱਥੇ ਜਾਂਦਾ ਸੀ ਦਾਊਦ ਖੁਦਾ ਦੇ ਨਾਲ ਹੁੰਦਾ ਸੀ, ਉਹ ਜਿਹੜੇ ਕੰਮ ਨੂੰ ਹੱਥ ਪਾਉਂਦਾ ਸੀ ਉਹਨੂੰ ਬਰਕਤ ਹੋ ਜਾਂਦੀ ਸੀ, ਜਿਹੜੀ ਜੰਗ ਲੜਦਾ ਸੀ ਜੰਗ ਜਿੱਤ ਕੇ ਆ ਜਾਂਦਾ ਸੀ। ਮਤਲਬ ਉਹ ਮੌਸੀਕੀ ਕੰਪੋਜ਼ ਕਰਦਾ, ਮਿਊਜ਼ਿਕ ਹਿੱਟ ਹੋ ਜਾਂਦਾ ਸੀ, ਟੌਪ 10 ਚਾਰਟ ਤੇ ਆ ਜਾਣਾ, ਟੌਪ ਤੇ ਰਹਿਣਾ। ਮਤਲਬ ਜਿਹੜੇ ਪਾਸੇ ਉਹ ਬੰਦੇ ਨੇ ਜਾਣਾ ਨਾ, ਉਸੇ ਪਾਸੇ ਖੁਦਾ ਨੇ ਉਹਨੂੰ ਜਿਹੜਾ ਵੇ ਨਾ ਹਿਕਮਤ ਔਰ ਦਨਾਈ ਔਰ ਜਨਾਬ ਅੰਨੇ ਵਾਹ ਜਿਹੜਾ ਵੇ ਨਾ ਖੁਦਾ ਨੇ ਬਰਕਤਾਂ ਦਿੱਤੀਆਂ। And that also ਦਾਊਦ ਨੇ ਜਦੋਂ ਪ੍ਰਾਈਡ ਆ ਗਈ, ਜਦੋਂ ਉਹਦੇ ਅੰਦਰ ਘਮੰਡ ਆ ਗਿਆ, ਉਹਨੇ ਬਲੰਡਰ ਵੀ ਬੜੇ ਕੀਤੇ ਨੇ, ਉਹਨੇ ਗੁਨਾਹ ਵੀ ਬੜੇ ਕੀਤੇ ਨੇ, ਠੀਕ ਹੈ ਨਾ। ਔਰ ਅਸੀਂ ਵੇਖਦੇ ਹਾਂ ਕਿ ਦਾਊਦ ਨੇ ਕਤਲ ਵੀ ਕੀਤੇ ਨੇ, ਦਾਊਦ ਨੇ ਹਰਾਮਕਾਰੀ ਵੀ ਕੀਤੀ ਹੈ। ਮਤਲਬ ਅੰਨੇ ਵਾੜ ਹੈ ਨਾ, ਖੁਦਾ ਨੇ ਬਲੈਸਿੰਗ ਵੀ ਦਿੱਤੀ। ਇਹਦੇ ਬਾਵਜੂਦ ਇਨਸਾਨ ਹੁੰਦਿਆਂ ਉਹਨੇ ਗਲਤੀਆਂ ਵੀ ਕੀਤੀਆਂ। ਲੇਕਿਨ ਇੱਕ ਚੀਜ਼ ਜਿਹੜੀ ਖੂਬਸੂਰਤ ਸੀ ਉਹ ਸੀ ਜਦੋਂ ਉਹਨੂੰ ਗਲਤੀ ਦਾ ਅਹਿਸਾਸ ਹੁੰਦਾ ਸੀ ਨਾ, ਕੀ ਕਰਦਾ ਸੀ, ਉਹ ਖੁਦਾ ਕੋ ਮਾਫੀ ਮੰਗਦਾ ਸੀ ਔਰ ਉਹ ਗਲਤੀ ਦੁਬਾਰਾ ਰਿਪੀਟ ਨਹੀਂ ਸੀ ਕਰਦਾ, ਠੀਕ ਹੈ ਨਾ। ਮਾਫੀ ਦਾ ਮਤਲਬ ਇਹ ਨਹੀਂ ਹੈ ਕਿ ਮਾਫੀ ਵੀ ਮੰਗ ਲਈ ਤੇ ਘੜੇ ਮੁੜੀ ਪਹੁੰਚੋ ਕੰਮ ਵੀ ਕਰ ਛੜਿਆ, ਠੀਕ ਹੈ ਨਾ। ਇਹਦਾ ਇਹ ਡਿਜ਼ਾਈਨ ਔਰ ਪਰਸਨਲ ਚੁਆਇਸ ਹੁੰਦੀ ਜਦੋਂ ਅਸੀਂ ਬਾਰ-ਬਾਰ ਸੇਮ ਚੀਜ਼, ਇਟਸ ਅ ਡਿਸੀਜਨ। ਲੇਕਿਨ ਦਾਊਦ ਦੇ ਬਾਰੇ ਲਿਖਿਆ ਵੇ ਜਦੋਂ ਹੀ ਉਹਨੇ ਗਲਤੀ ਕੀਤੀ ਔਰ ਖੁਦਾ ਨੇ ਉਹਨੂੰ ਯਾਦ ਕਰਾਇਆ ਜਾਂ ਉਹਦੇ ਕੋਲ ਕਿਸੇ ਬੰਦੇ ਨੂੰ ਕੱਲਿਆ, ਹੀ ਐਕਸੈਪਟਡ ਐਂਡ ਹੀ ਆਸਕ ਫॉर ਫॉरगिवनेस, ਠੀਕ ਹੈ ਨਾ, ਰੋਇਆ ਖੁਦਾ ਦੇ ਅੱਗੇ ਜਾ ਕੇ। ਸੋ ਅਸੀਂ ਵੇਖਦੇ ਜੀ ਪਹਿਲੀਆਂ 2 ਆਇਤਾਂ ਜਿਹੜੀਆਂ ਨਾ, ਉਹ ਸਾਨੂੰ ਨਹੀਂ ਪਤਾ ਦਾਊਦ ਦੀ ਲਾਈਫ ਵਿੱਚ ਕੀ ਕ੍ਰਾਈਸਿਸ ਚੱਲ ਰਿਹਾ ਹੈ। ਐਜ਼ ਜ਼ਬੂਰ ਸਾਨੂੰ ਉਹਦੇ ਬਾਰੇ ਚ ਕੋਈ ਕਲੀਅਰ ਇੰਡੀਕੇਸ਼ਨ ਨਹੀਂ ਦਿੰਦਾ। ਲੇਕਿਨ ਆਈ ਵਿਲ ਗੋ ਵੈਰੀ ਕੁਇਕਲੀ ਨਾਓ। ਸੋ ਪਹਿਲੀਆਂ 2 ਆਇਤਾਂ ਜਿਹੜੀਆਂ ਨਾ, ਤੁਸੀਂ ਵੇਖੋਗੇ ਫੋਕਸ ਉਹਦਾ ਆਪਣੇ ਆਪ ਤੇ ਵੇ। ਮੇਰੀ ਜਾਨ ਕੋ ਖੁਦਾ ਹੀ ਕੀ ਆਸ ਹੈ, ਮੇਰੀ ਨਿਜਾਤ, ਮੇਰੀ ਚਟਾਨ, ਮੇਰੀ ਨਿਜਾਤ, ਮੇਰਾ ਉੱਚਾ ਬੁਰਜ, ਮੁਝੇ ਜੁੰਬਸ਼ ਨਾ ਹੋ ਗਈ। ਯਾਨੀ ਪਹਿਲੀਆਂ 2 ਆਇਤਾਂ ਦੇ ਵਿੱਚ ਕੋਈ ਉਹਨੇ ਕੋਈ 6-7 ਵਾਰੀ ਮੇਰੀ, ਮੈਂ, ਮੇਰਾ, ਮਤਲਬ ਉਹ ਐ ਹੀ ਕਹਿੰਦਾ ਰਿਹਾ, ਠੀਕ ਹੈ ਨਾ। ਔਰ ਉਹਦਾ ਫੋਕਸ ਕੀ ਹੈ ਕਿ ਔਰ ਉਹਦੀ ਮੇਰੀ ਕੀ ਹੈ, ਉਹ ਖੁਦਾ ਨੂੰ ਆਪਣੀ ਪਰਸਨਲ ਪੋਜੈਸ਼ਨ ਬਣਾਉਣ ਦਿਆ ਵੇ, ਠੀਕ ਹੈ ਨਾ। ਉਹਦਾ ਐਡਾ ਡੀਪ ਇੰਟੀਮੇਟ ਰਿਲੇਸ਼ਨਸ਼ਿਪ ਹੈ ਕਿ ਇੰਜ ਹੈ ਕਿ ਜਿਵੇਂ ਸਾਡੇ ਕੋਈ ਬੜੀ ਕੀਮਤੀ ਸਾਡੀ ਚੀਜ਼ ਹੋਵੇ, ਬਿਲਵਡ, ਕੋਈ ਬਹੁਤ ਜ਼ਿਆਦਾ ਜਿਹਨਾਂ ਨੇ ਕੋਈ ਆਸ਼ਕ ਜਾਂ ਮਾਸ਼ੂਕ ਦਾ ਰਿਸ਼ਤਾ ਵੇ ਨਾ, ਉਹ ਅਸੀਂ ਵੇਖਦੇ ਕਿ ਇੱਥੇ ਦਾਊਦ ਜਿਹੜਾ ਵੇ ਉਹ ਇਸ ਵੇਲੇ ਮਾਸ਼ੂਕ ਬਣਿਆ ਵੇ ਔਰ ਖੁਦਾ ਨੂੰ ਆਸ਼ਕ ਦੇ ਤੌਰ ਤੇ ਪੇਸ਼ ਕਰਦਾ ਵੇ ਔਰ ਕਹਿੰਦਾ ਵੇ ਕਿ ਉਹ ਮੇਰੀ ਚਟਾਨ ਹੈ, ਮੇਰਾ ਬੁਰਜ ਹੈ, ਉਹ ਮੇਰੀ ਆਸ ਹੈ, ਉਹ ਮੇਰੀ ਨਿਜਾਤ ਹੈ। ਮਤਲਬ ਉਹਨੂੰ ਕਿਸੇ ਹੋਰ ਨਾਲ ਮੈਂ ਸ਼ੇਅਰ ਨਹੀਂ ਕਰਾਂਗਾ, ਠੀਕ ਹੈ ਨਾ। ਦੈਟਸ ਕਾਈਂਡ ਆਫ ਐਟੀਟਿਊਡ ਸਾਨੂੰ ਇੱਥੇ ਨਜ਼ਰ ਆਉਂਦਾ ਵੇ। ਲੇਕਿਨ ਤੀਸਰੀ ਆਇਤ ਤੁਸੀਂ ਵੇਖੋਗੇ ਕਿ ਨਾ ਹੁਣ ਉਹਦਾ ਐਡਰੈਸ ਚੇਂਜ ਹੋਣ ਡਿਆ ਵੇ, ਹੁਣ ਉਹ ਮੇਰੀ ਤੋਂ ਕਿੱਥੇ ਆ ਗਿਆ ਵੇ, ਤੁਸੀਂ ਕਿਦੋਂ ਤੱਕ, ਠੀਕ ਹੈ। ਸੋ ਤੀਸਰੀ ਚੌਥੀ ਹੈ ਜਿਹੜੇ ਨਾ, ਉਹ ਵੋ ਔਰ ਤੁਮ ਉਹਨਾਂ ਦਾ ਜ਼ਿਕਰ ਕਰਦਾ ਹੈ। ਨਾ ਉਹਨੇ ਕਿਸੇ ਦਿਨ ਲਿਆ, ਨਾ ਉਹਨੇ ਸਾਊਲ ਬਾਦਸ਼ਾਹ ਦਾ ਨਾਂ ਲਿਆ ਵੇ, ਨਾ ਉਹਨੇ ਦੁਸ਼ਮਣਾਂ ਦਾ ਨਾਂ ਲਿਆ ਵੇ। ਈਵਨ ਤੁਹਾਨੂੰ ਯਾਦ ਹੋਏਗਾ ਉਹਦਾ ਆਪਣਾ ਵੱਡਾ ਬੇਟਾ ਅਬੀਸਲੋਮ ਜਿਹੜਾ ਸੀ, ਉਹਨੇ ਜਦੋਂ ਇਹਦੇ ਖਿਲਾਫ ਬਗਾਵਤ ਕਰ ਦਿੱਤੀ ਤੇ ਦਾਊਦ ਨੂੰ ਤਖਤ ਛੱਡ ਕੇ, ਯਰੂਸ਼ਲਮ ਛੱਡ ਕੇ ਨੱਠਣਾ ਪੈ ਗਿਆ। ਮਤਲਬ ਦਾਊਦ ਰੈਫਿਊਜੀ ਹੋ ਗਿਆ। ਕੈਨ ਯੂ ਬਿਲੀਵ ਦੈਟ ਕਿ ਆਪਣੇ ਵੱਡੇ ਪੁੱਤਰ ਤੋਂ ਨੱਠ ਕੇ ਤਖਤ ਛੱਡ ਕੇ ਤੇ ਜਨਾਬ ਦਾਊਦ ਬਾਦਸ਼ਾਹ ਅਵਾਰਾਗਰਦ ਹੋ ਗਿਆ। ਕੈਨ ਯੂ ਬਿਲੀਵ ਦੈਟ? ਐਸੇ ਹਾਦਸੇ ਹੋਏ ਨੇ ਇਹਦੇ ਨਾਲ, ਠੀਕ ਹੈ। ਸੋ ਤੁਮ ਝੁਕੀ ਹੋਈ ਦੀਵਾਰ ਹਲਤ, ਕਹਿੰਦਾ ਜੀ ਮੈਂ ਤੇ ਇੰਜਾਂ ਜਿਵੇਂ ਦੀਵਾਰ ਹੁਣੇ ਡਿੱਗਣ ਹੀ ਵਾਲੀ ਆ। ਸਾਡੇ ਪਤਾ ਪੰਜਾਬ ਇੱਕ ਨਾਰਾ ਹੁੰਦਾ ਸੀ, ਸਿਆਸੀ ਨਾਰਾ, ਅੱਜ ਵੀ ਲੋਕੀ ਲਾਉਂਦੇ ਨੇ, ਗਿਰਤੀ ਹੋਈ ਦੀਵਾਰ ਕੋ ਇੱਕ ਧੱਕਾ। ਔਰ ਦੋ ਹੁਕੂਮਤਾਂ ਦੇ ਬਾਰੇ ਕਿਹਾ ਜਾਂਦਾ ਨਾ, ਠੀਕ ਹੈ ਨਾ, ਗਵਰਨਮੈਂਟ ਦੇ ਬਾਰੇ ਕਿਹਾ ਜਾਂਦਾ, ਲੋਕਾਂ ਦੇ ਬਾਰੇ ਕਿ ਗਿਰਤੀ ਹੋਈ ਦੀਵਾਰ ਕੋ ਇੱਕ ਧੱਕਾ ਕੀ ਕਰੋ, ਹੋਰ ਦੇ ਦਿਓ ਤਾਂ ਕਿ ਦੀਵਾਰ ਡਿੱਗ ਪਏ। ਜਦੋਂ ਦੀਵਾਰ ਬਰਲਨ, ਤੁਹਾਨੂੰ ਯਾਦ ਹੋਏਗਾ ਜਦੋਂ ਜਰਮਨੀ ਦੇ ਵਿੱਚ ਦੀਵਾਰ ਬਰਲਨ ਜਦੋਂ ਫਾਈਨਲ ਹਟਾਈ ਗਈ ਹੈ, ਤੋੜੀ ਗਈ ਹੈ, ਤੇ ਲਿਖਿਆ ਹੋਇਆ ਕਿ ਜਿੱਦਾਂ ਫਾਈਨਲ ਦੀਵਾਰ ਨੂੰ ਪਬਲਿਕ ਨੇ ਦੋਹਾਂ ਪਾਸਿਓਂ ਧੱਕੇ ਦੇ ਕੇ ਕੰਧ ਨੂੰ ਜਿਹੜਾ ਸੀ ਨਾ, ਉਹਨੂੰ ਕੰਧ ਨੂੰ ਵਿੱਚੋਂ ਉਹਨਾਂ ਹਟਾ ਦਿੱਤਾ, ਠੀਕ ਹੈ ਜੀ। ਇੱਥੇ ਦੁਸ਼ਮਣਾਂ ਦੇ ਬਾਰੇ ਇੱਕ ਗੱਲ ਉਹਨੇ ਬੜੀ ਅੱਛੀ ਕਹੀ ਹੈ,
और कहता जी कि वो चौथी आयत का तीसरी हिस्सा वे सलाह तो पहला वो अपने मुंह से तो बरकत देते हैं पर दिल में की कर देने शराब की हिंदी वर्ड की है जी पंजाबी का पंजाबी और हिंदी हाँ जी चौथी आयत का ना आखिरी हिस्सा है हाँ जी सचमुच वे उसको उसके ऊंचे पद से गिरने की संपत्ति करते हैं वे झूठे मन से प्रसन्न करते हैं मुंह से तो आशीर्वाद देते हैं पर मन से कोसते हैं ਉਹ ਤੇਰਾ ਭਲਾ ਜੇ ਮੂੰਹ ਤੋਂ ਆਸ਼ੀਰਵਾਦ ਹੈ ਜੈ ਮਸੀਹ ਦੀ ਤੇ ਇਹ ਤੇ ਉਹ ਤੇ ਫਲਾਣਾ ਹੈ ਤੇ ਅੰਦਰੋਂ ਗਾਲਾਂ ਤੇ ਗਾਲਾਂ ਸ਼ਰਾਬ ਦੇਈ ਜਾਣਾ ਗਾਲਾਂ ਕੱਢੀਆਂ ਤੇਰਾ ਇਹ ਹੋ ਗਿਆ ਤੇ ਤੇਰਾ ਉਹ ਹੋ ਰਿਹਾ ਹੈ मतलब बगल में इन्हों कहते हैं साडे एक और मुहावरा ना उर्दू जुबान दा कि बगल में छुरी और मुंह में बगल से छुरी ते मुंह में राम 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 ठीक है ना ऐ साडा उथों दा मुहावरा है जी साडा हिंदी दा ठीक है सो इन्हें एक और मुहावरा क्या कहना भी आस्तीन का सांप ठीक है ना कि जी लुकिया हुंदा तुहाडी आस्तीन दे विच लेकिन है की अंदरों सप है ठीक है और इन अंग्रेजी कॉन्टेक्स्ट दे विच एस इडियम नु क्या गया वे कि लिविंग और स्लीपिंग विद एन एनिमी यानी दुश्मन दे नाल जिंदगी गुजारना एक छत दे थल्ले दुश्मन दे नाल रहना ठीक है ना तो कहंदा जी वो मुंह से तो बरकत देते हैं पर दिल में लानत करते हैं मतलब कैन यू बिलीव कभी तो है लोग एनकाउंटर कीते ना कभी तो हाँ मुंह तो बड़े मिठे होन ते जनाब अंदर खाते कहना इहदा बेड़ा तर जाए इनु ए क्यों नहीं हो जाते ठीक है ना सो ਅਸੀਂ ਵੇਖਿਆ ਕਿ ਅਮਰੀਕਨ ਵੀ ਤੇ ਝੂਠਾ ਸਮਾਈਲ ਦਿੰਦੇ ਜੀ ਹਾਂਜੀ ਹਾਂ ਪਾਸਟਰ ਜੀ ਅਮਰੀਕਨ ਵੀ ਤੇ ਕਈ ਝੂਠਾ ਸਮਾਈਲ ਦਿੰਦੇ ਨੇ ਹਾਂਜੀ ਉਹ ਵੇਖੋ ਉਹਦੇ ਕਲਚਰ ਟੂ ਕਲਚਰ ਨਾ ਤੇ ਓਕੇ ਜੀ ਸੋ ਪਹਿਲੀਆਂ ਚਾਰ ਆਇਤਾਂ ਚ ਉਹ ਸ਼ਿਫਟ ਹੋ ਰਿਹਾ ਵੀ ਮੈਂ ਤੋਂ ਕਿਤੇ ਤੇ ਤੁਮ ਤੇ ਠੀਕ ਹੈ ਪੰਜਵੀਂ ਤੇ ਸੱਤਵੀਂ ਆਇਤ ਦੇ ਵਿੱਚ ਉਹ ਫਿਰ ਦੁਬਾਰਾ ਆਪਣੇ ਆਪ ਤੇ ਦੁਬਾਰਾ ਸ਼ਿਫਟ ਹੋਇਆ ਠੀਕ ਹੈ ਪੰਜਵੀਂ ਸੱਤਵੀਂ ਚ ਕਹਿੰਦੇ ਐ ਮੇਰੀ ਜਾਨ ਖੁਦਾ ਹੀ ਕੀ ਆਸ ਰੱਖ उम्मीद अच्छा की वर्ड वेखो तो मैं ना एक मैं तरीका दसन लगा तुझी जो पर्सनल बाइबल स्टडी करदे हो ना बाइबल नु किवें समझना चाहिए खास तौर टेक्स्ट नु इंडक्टिव एक तरीकाकार है इंडक्टिव बाइबल स्टडी तुझी टेक्स्ट दे विचों लभदे हो कि गल की होण रही है ਉਹਦਾ ਤਰੀਕਾ ਕਰਿਆ ਹੁੰਦਾ ਵੇ ਕਿ ਜਿਹੜੇ ਕੀ ਵਰਡਸ ਨੇ ਨਾ ਜਿਹੜੇ ਇੰਪੋਰਟੈਂਟ ਵਰਡਸ ਜਿਹੜੇ ਵਰਬ ਯੂਜ਼ ਹੋਏ ਨੇ ਉਹਨੂੰ ਹਾਈਲਾਈਟ ਕਰੋ ਠੀਕ ਹੈ ਨਾ ਵੇਖੋ ਪੰਜਵੀਂ ਆਇਤ ਤੋਂ ਸੱਤਵੀਂ ਆਇਤ ਤੱਕ मैं उर्दू पढ़ने लगा ऐ मेरी जान खुदा ही की आस रख आस की वर्ड है उसी से मुझे उम्मीद है उम्मीद वर्ड है मेरी चट्टान मेरी निजात मेरा ऊंचा बुर्ज आंदा मुझे जुम्बश नहीं होगी मैं हिलांगा ही नहीं मैनू कोई हिला नहीं सकता ठीक है अगे आंदा मेरी निजात मेरी शौकत खुदा की खुदा मेरी कुवत मेरी पनाह है 7वीं आयत तक अगे फिर मेरी मैं खुदा ये मेरा वो अगेन और दिस इज तो मैं दस्या ना जो असा आसफ दे और बनी कोरा दे मज़ामीर नु गल कीती सी असा वेख्या सी कि जेड़ा वे ना साइकोलॉजिस्ट जेडे ने उन्होंने एक नवी थ्योरी जेडी है ना वो लभी है और थ्योरी जेडी है इट्स नॉट न्यू काइंड ऑफ लेकिन ओनु कहंदे ने कॉग्निटिव थेरेपी कॉग्निटिव थेरेपी की होंदी है कि बंदा अपने आप नाल गल्लां करदा है अपनी सोल नाल गल करदा है अपने स्पिरिट अपने आप दे नाल गलबात करदा है असी ते सेल्फ टॉक करन नु पागल कहने आ ना ठीक है ना कि वो एक पाकिस्तान का शायर सन नजीर कैसर उन्होंने गाना एक आया सी दीवारों से बातें करना अच्छा लगता है हम भी पागल हो जाएंगे ऐसा लगता है ठीक है ना असी ते कंधा ना गल्ला करने ना पागल हो गया बंदा ना साई हो गया ठीक है लेकिन कॉग्निटिव थेरेपी जिहड़ी है ना ਉਹਦੇ ਚ ਉਹ अपनी सोल ਨੂੰ अपलिफ्ट ਕਰਦੇ ਨੇ अपनी स्पिरिट ਨੂੰ अपलिफ्ट ਕਰਦੇ ਨੇ ਉਹਨੂੰ ਇਨਕਰੇਜ ਕਰਦੇ ਨੇ ਉਮੀਦ ਆਸ फ्यूचर होप ਜਿਹੜੇ ਨਾ ਉਹ ਦਿੰਦਾ ਪਿਆ ਦੇ ਵਿੱਚ ਅਸੀਂ ਵੇਨੇ ਆ 8ਵੀਂ ਆਇਤ ਤੱਕ ਕਰਦਾ ਵੇ ਓਕੇ ਜੀ 9ਵੀਂ ਤੇ ਜਿਹੜੀ ਹੈ ਨਾ 8ਵੀਂ ਜਿਹੜੀ ਸਿਰਫ ਕੱਲੀ ਜਿਹੜੀ 8ਵੀਂ ਆਇਤ ਹੈ ਨਾ ਉਹ ਤੁਸੀਂ ਵੇਖੋਗੇ ਕਿ ਉਹਦੇ ਵਿੱਚ ਹੁਣ ਉਹ ਆਪਣੇ ਆਪ ਤੋਂ ਹੁਣ ਉਹ ਕਮਿਊਨਿਟੀ ਵੱਲ ਚਲਾ ਗਿਆ ਲੋਕਾਂ ਨੂੰ ਕਹਿਣ ਡਿਆ ਹੁਣ ਕਾਮਨ ਲੋਕਾਂ ਨੂੰ ਬੁਲਾਈ ਜਾਂਦੇ ਐ ਲੋਗੋ ਹਰ ਵਕਤ ਕੀ ਕਰੋ ਖੁਦਾ ਤੇ ਕੀ ਕਹਿ 8ਵੀਂ ਆਇਤ ਕੀ ਜੀ ਤੁਹਾਡੇ ਕੋਲ ਪੰਜਾਬੀ ਪੜ੍ਹੋ ਜੀ ਜ਼ਰਾ हे लोको हर समय परमेश्वर ते हे भरोसा प्रजा रखो हाँ जी भरोसा रखो और आगे की अंकल जी अपना मन ਉਹਦੇ ਅੱਗੇ ਖੋਲ ਦਿਓ ਪਰਮੇਸ਼ਵਰ ਸਾਡੀ ਪਨਾਹ ਹੈ ओके थैंक यू जी इनविटेशन की है जी एक ते खुदा दे की करो भरोसा रखो दूजे नंबर ते की करो ਭਰੋਸਾ अपने दिल दा हाल ओहो ਉਹਦੇ सामने खोल दो क्यों खुदा हमारी पनाह है ਅਸੀਂ ਆਪਣੇ ਦਿਲ ਦਾ ਹਾਲ ਹੋਰ ਕੀ ਤੇ ਖੋਲੀਏ ਨਾ ਖੋਲੀਏ ਸੋਸ਼ਲ ਮੀਡੀਆ ਤੇ ਜ਼ਰੂਰ ਖੋਲ ਦਿੰਦੇ ਆ ਠੀਕ ਹੈ ਨਾ ਆਈ ਲਾਈਕ ਦਿਸ ਐਂਡ ਆਈ ਲਾਈਕ ਦੈਟ ਮੈਂ ਜੀ ਇਹ ਕਰ ਦਿੱਤਾ ਤੇ ਮੈਂ ਉਹ ਕਰ ਦਿੱਤਾ ਜ਼ਬੂਰ ਨੂੰ ਇਸ ਕਹਿ ਰਿਹਾ ਦਾਊਦ ਕਹਿ ਰਿਹਾ ਜੀ ਆਪਣੇ ਦਿਲ ਦਾ ਹਾਲ ਕਿਦੇ ਅੱਗੇ ਖੋਲੋ ਖੁਦਾ ਠੀਕ ਹੈ ਨਾ ਅੱਛਾ ਦਿਲਚਸਪ ਗੱਲ ਹੈ ਵੇ ਅਸੀਂ ਖੁਦਾ ਨੂੰ ਵੀ ਚੂਨਾ ਲਾਉਣ ਤੋਂ ਨਹੀਂ ਰੁਕਦੇ
ਅਸੀਂ ਖੁਦਾ ਅੱਗੇ ਵੀ ਨਾ ਬੜਾ ਆਪਣੇ ਆਪ ਨੂੰ ਬੜਾ ਰਾਈਚਸ ਪੇਸ਼ ਕਰਨੇ ਆ, ਉਹ ਖੁਦਾਵੰਦ ਤੇਰਾ ਸ਼ੁਕਰ ਹੋ ਪ੍ਰਭੂ ਜੀ, ਉਹ ਪਰਮੇਸ਼ਵਰ ਥੈਂਕ ਯੂ ਪ੍ਰੇਜ਼ ਦ ਲਾਰਡ, ਹਰ ਚੀਜ਼ ਬੜੀ ਅੱਛੀ। ਤੇ ਅੰਦਰ ਕਹਿੰਦੇ ਖੁਦਾਵੰਦ ਕਿਤੇ ਮੈਂ ਸਾਰਾ ਦਿਨ ਖੱਪ ਜਾਣਾ ਵਾ, ਮੇਰੀ ਤਾਂ ਤਨਖਾਹ ਹੀ ਪੂਰੀ ਨਹੀਂ ਹੁੰਦੀ, ਮੇਰੇ ਤੇ ਪੈਸੇ ਮੁੱਕ ਜਾਂਦੇ ਨੇ, ਮਹੀਨਾ ਵੀ ਨਹੀਂ ਮੁੱਕਦਾ। ਉਧਰੋਂ ਮੇਰੇ ਗਵਾਂਢੀਆਂ ਮੈਨੂੰ ਤੰਗ ਕੀਤਾ, ਅੱਜ ਕੱਲ ਬਿਜ਼ਨਸ ਨਹੀਂ ਚੱਲਣ ਡਿਆ, ਅੱਜ ਕੱਲ ਇੱਕ ਤਾਂ ਸਿਹਤ ਮਾੜੀ ਹੋ ਗਈ ਹੈ ਬੱਚਿਆਂ, ਮਤਲਬ ਅੰਦਾਜ਼ਾ ਲਗਾਓ ਵੀ ਆਰ ਸਮ ਟਾਈਮ ਟਰਾਈ ਟੂ ਇਵਨ ਇਮੀਟੇਟ ਆਵਰਸੈਲਫ ਕਿ ਜੀ ਅਸੀਂ ਬੜੇ ਸਪਿਰਿਚੁਅਲ ਬੜੇ ਬਲੈਸਡ ਹਾਂ, ਲੇਕਿਨ ਅੰਦਰ ਸਾਡੇ ਖੁਦਾ ਦੇ ਖਿਲਾਫ ਵੀ ਕਈ ਵਾਰੀ ਗਰਜ ਚੱਲਦਾ ਹੁੰਦਾ ਹੈ। ਐਂਡ ਦਿਸ ਇਜ਼ ਗੁੱਡ ਇਨ ਅ ਸਮ ਵੇ। ਲੈਮੈਂਟ ਸਾਮ ਜਿਹੜੇ ਨਾ, ਜਿਹੜੇ ਨੋਹਾ ਦਾ ਜ਼ਬੂਰ ਜਿਹੜੇ ਪੜ੍ਹਨ ਰਹੇ ਆ, ਜਿਹੜੇ ਅਸੀਂ ਟੌਪਿਕ ਦੇ ਵਿੱਚ ਆ, ਲੈਮੈਂਟ ਦਾ ਮਤਲਬ ਹੀ ਹੈ ਵੇ ਕਿ ਓਨੈਸਟੀ ਦੇ ਨਾਲ ਆਪਣੀ ਬਿਟਰਨੈਸ ਖੁਦਾ ਅੱਗੇ ਕੀ ਕਰੋ, ਉਹਨੂੰ ਡੇ ਦੋ। ਦੈਟਸ ਓਨੈਸਟੀ, ਖੁਦਾ ਦੇ ਨਾਲ ਓਨੈਸਟ ਰਿਲੇਸ਼ਨਸ਼ਿਪ ਹੈ ਵੇ, ਠੀਕ ਹੈ ਨਾ ਕਿ ਹਰ ਵੇਲੇ ਹੈਪੀ ਕਲੈਪੀ ਨਜ਼ਰ ਆਓ, ਦੈਟਸ ਨਾਟ ਦ ਕੇਸ, ਠੀਕ ਹੈ। ਉਹਦੇ ਬਾਅਦ ਅਸੀਂ ਆਉਂਦੇ ਹਾਂ ਜੀ 9ਵੀਂ 10ਵੀਂ ਆਇਤ ਜਿਹੜੀ ਹੈ ਵਾਰਨਿੰਗ ਹੈ, ਇੱਕ ਤਰ੍ਹਾਂ ਦੀ ਵਾਰਨਿੰਗ ਕੀ ਹੈ ਕਿ ਜੀ ਆਲਾ ਆਦਮੀ ਝੂਠੇ हैं ਉਹ ਹੋਲੇ। ਮੈਨੂੰ ਬੜਾ ਅੱਛਾ ਲੱਗਿਆ ਪੰਜਾਬੀ ਚ ਕੀ ਸੀ 9ਵੀਂ ਆਇਤ ਜੀ, वो ਤੋਲੇ ਗਏ ਤੇ ਹਵਾ ਨਾਲੋਂ ਵੀ ਕੀ ਨਿਕਲੇ ਹਲਕੇ। ਐ ਸੀ ਨਾ ਪੰਜਾਬੀ ਚ ਕੀ, ਜਰਾ ਪੜ੍ਹੋ ਜਰਾ ਹਲਕੇ। ਸਿਸਟਰ ਜਯੋਤੀ ਕੀ ਹੈ ਪੰਜਾਬੀ ਚ? ਮਨੁੱਖ ਕੇਵਲ ਇੱਕ ਸਾਹ ਦੇ ਬਰਾਬਰ ਹੈ ਅਤੇ ਉਹ ਨਾ ਹੋਇਆਂ ਬਰਾਬਰ ਹਨ। ਤਕੜੀ ਵਿੱਚ ਤੋਲਿਆ ਉਹਨਾਂ ਦਾ ਭਾਰ ਇੱਕ ਸਾਹ ਤੋਂ ਵੀ ਹੌਲਾ ਹੈ। ਫਿਰ ਜੀ ਗੋ ਲੋ ਜੀ, ਸਾਹ ਦਾ ਜਰਾ ਆਪਣਾ ਸਾਹ ਫੀਲ ਕਰੋ। ਹਾਂ ਉਹਦੇ ਨਾਲ ਵੀ ਹਲਕੇ, ਦੇਖੋ ਨਹੀਂ ਸਿਵਾਏ ਥੋੜੀ ਜਿਹੀ ਗਰਮੀ ਬਰਦਾਸ਼ਤ ਕਰਨ ਦੇ, ਭਾਰ ਤੇ ਕੋਈ ਨਹੀਂ ਦਾ। ਸੋ ਜੀ ਇਨਸਾਨਾਂ ਦੇ ਬਾਰੇ ਕਿਹਾ ਗਿਆ ਹੈ ਕਿ ਤਰਾਜ਼ੂ ਚ ਤੋਲੇ ਗਏ ਤਰਕੜੀ ਦੇ ਵਿੱਚ ਤੇ ਸਾਹ ਨਾਲੋਂ ਵੀ ਹੌਲੇ। ਲਓ ਜੀ ਸੁਣਨ ਲਓ ਭਾਈ, ਜਿਹੜੇ ਲੋਕ ਬੜੇ ਫੂਫਾ ਕਰਦੇ ਰਹਿੰਦੇ ਨਾ, ਅੱਗੇ ਲਿਖਿਆ ਫੂਫਾ ਨਾ ਕਰੋ। ਅੰਕਲ ਜੀ ਤੁਹਾਨੂੰ ਪੜਿਆ ਸੀ ਨਾ 10ਵੀਂ ਆਇਤ ਵਿੱਚ ਕੀ ਲਿਖਿਆ ਸੀ? ਹਾਂਜੀ, ਹਨੇਰ ਉੱਤੇ ਭਰੋਸਾ ਨਾ ਰੱਖੋ, ਨਾ ਲੁੱਟ ਮਾਰ ਕਰਕੇ ਫੂ ਫੂ ਕਰੋ। ਫੂਫੂ that's good idiom actually, ਕੀ ਆਂਦਾ ਐਵੇਂ ਫੂਫੂ ਨਾ ਕਰੋ, ਠੀਕ ਹੈ ਨਾ। अगर माल बढ़ जाए ते उस पर की है जी मन ना लगाओ। हाँ मन ना लगाओ जी, ठीक है ना। ਜ਼ਬੂਰ ਨੂੰ ਵੀ ਇਸ ਕਹਿੰਦਾ ਜ਼ਬੂਰ 84 ਜੀ, ਮੇਰਾ ਮਨ ਤੇ ਮੇਰਾ ਤਨ ਵੀ ਖੁਦਾਵੰਦ ਤੇਰੀ ਕੀ ਕਰਦਾ ਵੇ, ਤੇਰੀ ਸਨਾ ਕਰਦਾ ਵੇ, ਉਸ ਪਰ ਮਨ ਨਾ लगाओ, ठीक है, दिल ना लगा। कलाम यसुम से क्या सी, जहां तेरा माल है वहां तेरा क्या लगा रहेगा, मन। जहां तेरा धन वहां तेरा मन, वहां तेरा तन मन दोवें उसे लगे रहेंगे, ठीक है ना। साढ़े को उर्दू बाइबल तर्जमा में कि जहां तेरा माल है वहां तेरा दिल भी लगा रहेगा, ठीक है। अच्छा मैं रिवर्स तर्जमा किया वे कि जिथे तेरा दिल लग्या होएगा उथे तू माल भी लाएगा, ठीक है ना। अब वैलेंटाइन डे गुजरे है ना, और सारे जो नवे आशक होए होंदे ना, ਉਹ ਬੜੇ ਗਿਫਟ ਦੇ ਮਰੇ, ਜਿੱਥੇ ਦਿਲ ਲੱਗਾ ਹੁੰਦਾ ਨਾ ਉੱਥੇ ਮਾਲ ਐਂਡ ਜਾਂਦਾ, ਪਤਾ ਵੀ ਨਹੀਂ ਲੱਗਦਾ ਮਾਲ ਕਿੱਧਰ ਜਾ ਰਿਹਾ ਤੇ ਕਿੱਧਰੋਂ ਆ ਰਿਹਾ, ਠੀਕ ਹੈ ਨਾ, ਕੋਈ ਪਤਾ ਨਹੀਂ ਹੁੰਦਾ। ਸੋ ਜਿੱਥੇ ਅਗਰ ਖੁਦਾ ਨਾਲ ਦਿਲ ਲੱਗਾ ਹੋਇਆ ਵੇ, ਖੁਦਾ ਦੇ ਘਰ ਨਾਲ ਦਿਲ ਲੱਗਾ ਹੋਇਆ ਵੇ, ਖੁਦਾ ਦੇ ਲੋਕਾਂ ਨਾਲ ਦਿਲ ਲੱਗਾ ਹੋਇਆ ਵੇ, ਖੁਦਾ ਦੀ ਖਿਦਮਤ ਵਿੱਚ ਦਿਲ ਲੱਗਿਆ ਹੋਇਆ ਵੇ ਨਾ, ਤੇ ਉੱਥੇ ਮਾਲ ਲਾਣ ਵਾਲੇ ਉੱਥੇ ਅੰਨੇ ਵਾਹ ਮਾਲ ਲਾਉਂਦੇ ਨੇ। ਔਰ ਅਸਾਂ ਰੀਸੈਂਟਲੀ ਮੈਂ ਐਨਕਰੇਜ ਕਰਨਾ ਚਾਹੁੰਦਾ ਵਾਂ, ਸਾਡੇ ਆਰਟੀਸ਼ੀਅਸ ਦੇ ਚਰਚ ਦੇ ਵਿੱਚ ਖਾਨਦਾਨਾਂ ਨੇ ਜਦੋਂ ਅਸਾਂ ਚੈਲੰਜ ਦਿੱਤਾ ਉਹਨਾਂ ਨੂੰ, ਔਰ ਮੁxtਲਿਫ ਫੈਮਲੀਆਂ ਨੇ ਖੁੱਲੇ ਦਿਲ ਦੇ ਨਾਲ ਉਹਨਾਂ ਆਪਣਾ ਕੰਟਰੀਬਿਊਸ਼ਨ, ਉਹਨਾਂ ਆਪਣੇ ਨਜ਼ਰਾਨੇ, ਉਹਨਾਂ ਆਪਣੇ ਹਦੀਏ ਦਿੱਤੇ, ਔਰ ਸਾਡਾ ਚਰਚ ਬਿਲਕੁਲ ਇਕਵਿਪ ਹੋ ਰਿਹਾ ਵੇ ਆਸਤਾ ਆਸਤਾ ਕਿ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਔਰ ਬਿਲਕੁਲ ਟੂਲ ਸਾਡੇ ਕੋਲ ਸਾਰੇ ਹੋਣ ਤਾਂ ਕਿ ਅਸੀਂ ਖੁਦਾ ਦੀ ਖਿਦਮਤ ਪ੍ਰੋਪਰ ਤਰੀਕੇ ਨਾਲ ਕਰ ਸਕੀਏ। ਸੋ ਜੀ ਹੈਟਸ ਆਫ ਟੂ ਆਵਰ ਆਲ ਫੈਮਲੀਜ਼ ਇਨ ਦ ਚਰਚ। ਓਕੇ ਜੀ 11ਵੀਂ ਆਇਤ ਜਿਹੜੀ ਦੈਟਸ ਵੈਰੀ ਇੰਪੋਰਟੈਂਟ, ਲਾਸਟ ਸੈਕਸ਼ਨ ਹੈ। ਇਹਦੇ ਵਿੱਚ ਵੀ ਜੀ ਖੁਦਾ ਦੀ ਕਮਿਊਨੀਕੇਸ਼ਨ ਟੂਲ ਦੱਸਿਆ ਗਿਆ। इंटरेस्टिंगली, और कम्युनिकेशन टूल की है खुदा का। 11वीं आयत करिए जी, खुदा ने एक बार फरमाया, आंदा मैं कितनी बारी सुनया? आंदा मैं 2 बारी सुनया। अच्छा ए 2 बारी सुनन दा की चक्कर है? व्हाट इज दिस कम्युनिकेशन टूल? खुदा जो बोलदा वे, खुदा किवें बोलदा है? ए जरा एक दो हवाले कड्डो, जरा खुदा दी गुफ्तगू सुनिए। वे खुदा दा मोड ऑफ कम्युनिकेशन जेड़ा है ना, वो जरा अज ਅਸੀਂ ਪੜਾਂਗੇ। दाऊद ने जो मोड ऑफ कम्युनिकेशन लिया वे ਉਹ ਕੀ ਹੈ? ਅਯੂਬ ਦੀ ਕਿਤਾਬ ਜਰਾ ਕੱਢੋ। ਅਯੂਬ ਸਾਨੂੰ 2-3 ਹਵਾਲੇ ਦੱਸਦਾ ਵੇ ਕਿ ਜੀ ਖੁਦਾ ਦਾ ਕਮਿਊਨੀਕੇਸ਼ਨ ਮੋਡ ਕੀ ਹੈ। ਅਗਰ ਅਯੂਬ ਦੀ ਕਿਤਾਬ ਦਾ 32 ਬਾਬ ਖੋਲੋ ਤੇ 14 ਤੇ 19 ਆਇਤ, ਜ਼ਬੂਰ ਤੋਂ ਪਿੱਛੇ ਅਯੂਬ ਦੀ ਕਿਤਾਬ ਜੀ, ਔਰ ਦਾ 32 ਬਾਬ। अच्छा
32 नहीं बल्कि 33 बाब दी 14वीं आयत। हाँ जी। 15वीं। क्यों जो हाँ क्यों जो हाँ जी। परमेश्वर एक बार बोलता है सगो 2 बार, पर ओदी परवाह नहीं करता। 15वीं आयत। ਸੁਪਨੇ ਵਿੱਚ ਰਾਤ ਦੀ ਦ੍ਰਿਸ਼ਟੀ ਵਿੱਚ ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ ਅਤੇ ਜਦ ਉਹ ਆਪਣੇ ਬਿਸਤਰਿਆਂ ਉੱਤੇ ਸੌਂਦੇ ਹਨ, ਹਾਂਜੀ ਕੈਰੀ ਔਨ। ਤਦ ਉਹ ਮਨੁੱਖਾਂ ਦੇ ਕੰਨ ਖੋਲਦਾ ਹੈ ਅਤੇ ਉਹਨਾਂ ਦੀ ਸਿੱਖਿਆ ਉੱਤੇ ਮੋਹਰ ਲਾ ਦਿੰਦਾ ਹੈ, ਭਈ ਆਦਮੀ ਨੂੰ ਉਸਦੇ ਕੰਮਾਂ ਤੋਂ ਰੋਕੇ ਅਤੇ ਮਰਦ ਤੋਂ ਹੰਕਾਰ ਨੂੰ ਲੁਕਾਵੇ। ਉਹ ਉਸ ਦੀ ਜਾਨ ਨੂੰ ਟੋਏ ਤੋਂ ਰੋਕੀ ਰੱਖਦਾ ਹੈ ਅਤੇ ਉਸ ਦੀ ਹਯਾਤੀ ਨੂੰ ਤਲਵਾਰ ਨਾਲ ਨਾਸ਼ ਹੋਣ ਤੋਂ ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦਬ ਕੇ ਚੱਲਦਾ ਹੈ ਅਤੇ ਆਪਣੀਆਂ ਹੱਡੀਆਂ ਵਿੱਚ ਨਿਤ ਦੀ ਅਣਬਣ ਨਾਲ ਉਸ ਦੀ ਹਯਾਤੀ ਰੋਟੀ ਤੋਂ ਸੁੱਕਦੀ ਹੈ ਅਤੇ ਉਸ ਦੀ ਜਾਨ ਸਵਾਦਲੇ ਭੋਜਨ ਤੋਂ ਉਸ ਦਾ ਮਾਸ ਬਰਬਾਦ ਹੋ ਜਾਂਦਾ ਹੈ। ਓਕੇ ਜੀ, ਬਾਈਬਲ ਮੁਕੱਦਸ ਸਾਨੂੰ ਖੁਦਾ ਦੇ ਬਹੁਤ ਸਾਰੇ ਕਮਿਊਨੀਕੇਸ਼ਨ ਮੋਡ ਦਾ ਸੀ। ਖੁਦਾ ਬੋਲਦਾ ਹੈ, ਖੁਦਾ ਕਲਾਮ ਕਰਦਾ ਵੇ, ਖੁਦਾ ਆਪਣੀ ਕ੍ਰੀਏਸ਼ਨ ਦੇ ਵਸੀਲੇ ਬੋਲਦਾ ਵੇ, ਖੁਦਾ ਬੜੇ ਤਰੀਕੇ ਨਾਲ ਬੋਲਦਾ ਵੇ। ਲੇਕਿਨ ਇੱਥੇ ਜਿਹੜਾ ਮੀਡੀਅਮ ਦੱਸਿਆ ਗਿਆ ਵੇ ਨਾ, ਉਹ ਕੀ ਹੈ ਕਿ ਖੁਦਾ ਖਾਬ ਦੇ ਵਿੱਚ ਰਾਤ ਦੀ ਰੋਇਆ 'ਚ ਖੁਦਾ ਬੋਲਦਾ ਵੇ। ਠੀਕ ਹੈ, ਖੁਦਾ ਕੰਨ ਖੋਲਦਾ ਵੇ, ਤਾਲੀਮ ਦਿੰਦਾ ਹੈ ਖੁਦਾ ਲੋਕਾਂ ਨੂੰ। ਅੱਛਾ, ਇੱਥੇ ਲੋਕਾਂ ਦੇ ਬਾਰੇ ਜਿਹੜੀ ਹੈ ਨਾ ਉਹ ਮਨਾਦੀ ਨਹੀਂ ਹੋਣ ਡੇ। ਯਾਦ ਰੱਖੋ, ਤੁਹਾਨੂੰ ਬੜੇ ਝੂਠੇ ਨਬੀ ਮਿਲਣਗੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ। ਉਹ ਜੀ ਮੈਨੂੰ ਖੁਦਾ ਨੇ ਤੁਹਾਡੇ ਬਾਰੇ ਇਹ ਕਿਹਾ ਜੀ, ਮੈਨੂੰ ਖੁਦਾ ਤੁਹਾਡੇ ਬਾਰੇ ਚ ਇਹ ਕਿਹਾ ਜੀ, ਮੈਨੂੰ ਰਾਤੀ ਇਹ ਰੋਇਆ ਹੈ ਤੇ ਮੈਨੂੰ ਦਿਨੇ ਇਹ ਜਨਾਬ ਡਕਾਰ ਆ ਗਿਆ। ਮਤਲਬ ਅਜੀਬ ਬਦਹਿਜ਼ਮੀ ਹੋਈ ਹੁੰਦੀ ਹੈ ਤੇ ਉਹਨੂੰ ਰੋਇਆ ਖੁਦਾ ਦਾ ਦੇ ਕੇ ਨਾ ਤੇ ਲੋਕਾਂ ਦੇ ਨਾਲ ਲਾਈ ਹੁੰਦੇ ਨੇ। ਔਰ ਹਰ ਚੀਜ਼ ਜਨਰਲਾਈਜੇਸ਼ਨ ਇਹਨਾਂ ਮੁਲਕਾਂ ਚ ਆਉਣਗੇ। ਅੱਛਾ ਜੀ ਦੱਸੋ, ਜਿਹੜੇ ਮੋਸਟਲੀ ਇੱਥੇ ਵਿਚਾਰੇ ਇਮੀਗ੍ਰੈਂਟ ਆਏ ਨੇ, ਕਿਸੇ ਨਾ ਕਿਸੇ ਦਾ ਇਮੀਗ੍ਰੇਸ਼ਨ ਦਾ ਮਸਲਾ ਅਟਕਿਆ ਹੋਇਆ, ਕਿਸੇ ਨਾ ਕਿਸੇ ਨੂੰ ਘਰ ਚਾਹੀਦਾ ਹੈ, ਕਿਸੇ ਨਾ ਕਿਸੇ ਨੂੰ ਗੱਡੀ ਚਾਹੀਦੀ ਹੈ, ਕਿਸੇ ਨਾ ਕਿਸੇ ਨੂੰ ਨੌਕਰੀ ਚਾਹੀਦੀ ਹੈ, ਕਿਸੇ ਨਾ ਕਿਸੇ ਨੂੰ ਲਾਈਫ ਪਾਰਟਨਰ ਚਾਹੀਦਾ ਹੈ। These are general needs of each and everybody। ਜਿੰਨੇ ਇਮੀਗ੍ਰੈਂਟ ਲੋਕ ਆਏ ਹੋਏ ਨੇ, ਠੀਕ ਹੈ ਨਾ, ਉਹ ਲੋਕੀ ਇੱਥੇ ਅੰਨੇ ਵਾਹ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਨੇ। ਠੀਕ ਹੈ ਜੀ, ਉਹ ਜੀ ਜਾਂ ਇੱਕ ਭੈਣ ਹੈ, ਉਹ ਜੀ ਉਹਨੂੰ ਘਰ ਚਾਹੀਦਾ। ਉਹ ਭਾਈ ਇੱਥੇ ਹਰ ਬੰਦੇ ਨੂੰ ਘਰ ਚਾਹੀਦਾ, ਕਿਹਨੂੰ ਘਰ ਨਹੀਂ ਚਾਹੀਦਾ। अच्छा जी, यहाँ कोई आदमी है जी उसकी नौकरी नहीं है। अच्छा अच्छा, अद्धे बोतरे जनाब इतने बेचारे अपना होंगे नौकरी लभदे होंगे ना, अच्छी नौकरी। मतलब दीज आर जनरलाइजेशन। ਜਿਹੜਾ ਖੁਦਾ ਤੁਹਾਨੂੰ ਇਹ ਕਹਿਣ ਡਿਆ ਵੇ ਝੂਠ, ਮਤਲਬ ਝੂਠ ਮਾਰਦਾ ਨਾ, ਆਪਣੇ ਦਿਲ ਦੀ ਪਲਾਸ ਕਰ ਦੇਣਾ, ਆਪਣੇ ਟੋਟਕੇ ਲਾਉਂਦੇ ਨੇ। ਖੁਦਾ ਜਦੋਂ ਕਮਿਊਨੀਕੇਟ ਕਰਦਾ ਨਾ ਕਿਸੇ ਦੂਸਰੇ ਦੇ ਬਾਰੇ ਚ, ਵੇਖੋ ਮੈਂ ਤੁਹਾਨੂੰ ਬੜੀ ਇੰਪੋਰਟੈਂਟ ਗੱਲ ਦੱਸਣ ਲੱਗਾ ਬਾਈਬਲ ਦਾ ਇੱਕ ਅਸੂਲ। ਜਦੋਂ ਖੁਦਾ ਕਮਿਊਨੀਕੇਟ ਕਰਦਾ ਵੇ ਨਾ ਕਿਸੇ ਦੇ ਬਾਰੇ ਚ, ਠੀਕ ਹੈ ਨਾ, ਉਦੋਂ ਖੁਦਾ ਹਮੇਸ਼ਾ 2 ਵੇ ਕਮਿਊਨੀਕੇਟ ਕਰਦਾ, 1 ਵੇ ਕਮਿਊਨੀਕੇਟ ਕਦੀ ਨਹੀਂ ਕਰਦਾ। 2 ਐਗਜ਼ਾਮਪਲ ਮੈਂ ਤੁਹਾਨੂੰ ਦਵਾਂਗਾ ਨਵੇਂ ਦੇ ਵਿੱਚੋਂ, ਠੀਕ ਹੈ। 2 ਤੁਹਾਨੂੰ ਐਗਜ਼ਾਮਪਲ ਦੇਣ ਲੱਗਾ ਵਾਂ, ਧਿਆਨ ਨਾਲ ਸੁਣਿਓ। ਨੰਬਰ 1, ਜਦੋਂ ਖੁਦਾ ਨੇ ਪੌਲੁਸ ਸਾਊਲ ਦਮਿਸ਼ਕ ਜਾ ਰਿਹਾ ਵੇ, ਠੀਕ ਹੈ, ਰਾਹ 'ਚ ਨੂਰ ਚਮਕਿਆ, ਅੰਨਾ ਹੋ ਗਿਆ, 3 ਦਿਨ ਤੱਕ ਕੁਝ ਨਹੀਂ ਖਾ ਪੀ ਸਕਿਆ, ਰੋਇਆ ਆਈ। ਖੁਦਾ ਨੇ ਕਲਾਮ ਕੀਤਾ, ਹਨਨਿਯਾਹ ਨਾਂ ਦਾ ਬੰਦਾ ਮੈਂ ਤੇਰੇ ਕੋਲ ਘੱਲਾਂਗਾ, ਉਹ ਤੇਰੇ ਤੇ ਹੱਥ ਰੱਖ ਕੇ ਕੀ ਕਰੇਗਾ? ਦੁਆ ਕਰੇਗਾ। ਉਧਰੋਂ ਹਨਨਿਯਾਹ ਨੂੰ ਪੈਗਾਮ ਦਿੱਤਾ ਕਿ ਹਨਨਿਯਾਹ ਜਾ, ਉਹ ਸਿੱਧਾ ਕੂਚੇ ਦੇ ਵਿੱਚ ਫਲਾਂ ਨਾਂ ਦਾ ਬੰਦਾ ਬੈਠਾ ਹੋਣਾ ਹੀ, ਤੇ ਉਹਨੂੰ ਜਾ ਕੇ ਉਹ ਹਨਨਿਯਾਹ ਕੋ ਡਰ ਗਿਆ ਖੁਦਾਵਾਂ ਦਾ, ਉਹ ਤੇ ਬੰਦਾ ਹੀ ਬੜਾ ਖਤਰਨਾਕ। ਖੁਦਾ ਨੇ ਕਿਹਾ ਨਹੀਂ, ਅੱਜ ਤੂੰ ਮੇਰੇ ਵਾਸਤੇ ਕੰਮ ਕਰੇਗਾ। 2 ਵੇ ਕਮਿਊਨੀਕੇਸ਼ਨ। ਤੁਸੀਂ ਅਗਰ ਖੁਦਾ ਦੇ ਲੋਕ ਹੋ, ਤੁਹਾਡੇ ਬਾਰੇ ਅਗਰ ਖੁਦਾ ਨੇ ਕਿਸੇ ਨੂੰ ਕਲਾਮ ਦਿੱਤਾ ਹੋਵੇ ਤੇ ਖੁਦਾ ਤੁਹਾਨੂੰ ਵੀ ਦੱਸੇਗਾ ਕਿ ਮੈਂ ਫਲਾਂ ਬੰਦੇ ਨੂੰ ਕਿਹਾ ਤੇਰੇ ਲਈ ਕਰ ਦੇ। ਸੈਕੰਡ ਐਗਜ਼ਾਮਪਲ ਦੇਣ ਲੱਗਾ। ਸਹੀ ਗੱਲ। ਸੈਕੰਡ ਐਗਜ਼ਾਮਪਲ ਮੈਂ ਦੇਣ ਲੱਗਾ ਤੁਹਾਨੂੰ ਨਵੇਂ ਨਾਮੇ ਦੇ ਵਿੱਚੋਂ। ਕੀ ਨਾਮ ਬੰਦੇ ਦਾ ਜਿਹੜਾ ਸਿਪਾਹੀ ਸੀ, ਜਿਹੜਾ ਸਰਦਾਰ ਸੀ, ਜਿਹਨੇ ਪਤਰਸ ਨੂੰ ਆਪਣੇ ਘਰ ਬੁਲਾਇਆ ਸੀ? ਕੁਰਨੀਲੀਅਸ। ਠੀਕ ਹੈ, ਕੁਰਨੀਲੀਅਸ ਹਾਲਾਂਕਿ ਜੂਇਸ਼ ਵੀ ਨਹੀਂ ਹੈ, ਲੇਕਿਨ ਖੁਦਾ ਤੋਂ ਡਰਦਾ ਹੈ। ਠੀਕ ਹੈ, ਹੀ ਇਜ਼ ਅ ਗॉड ਫੀਅਰਿੰਗ ਪਰਸਨ। ਫਰਿਸ਼ਤਾ ਆ ਖਲੋਤਾ ਉਹਦੇ ਕੋਲ, ਸ਼ਾਮ ਦੀ ਕੁਰਬਾਨੀ ਗੁਜ਼ਾਰਨ ਡਿਆ ਵੇ। ਫਰਿਸ਼ਤਾ ਆ ਗਿਆ ਕਿ ਆਪਣਾ ਕੁਰਨੀਲੀਅਸ, ਤੇਰੀ ਦੁਆ ਸੁਣੀ ਗਈ, ਤੇਰੇ ਹਦੀਏ ਕਬੂਲ ਹੋ ਗਏ, ਤੇ ਤੂੰ ਇੰਜ ਕਰ, ਫਲਾਣੀ ਜਗ੍ਹਾ ਤੇ ਬੰਦੇ ਕਰ, ਉੱਥੇ ਫਲਾਂ ਨਾਂ ਦਾ, ਪਤਰਸ ਨਾਂ ਦਾ ਬੰਦਾ ਬੈਠਾ ਹੋਇਆ ਵੇ, ਤੇ ਉਹਨੂੰ ਬੁਲਾ ਲੈ, ਉਹ ਤੈਨੂੰ ਦੱਸੇਗਾ ਕੀ ਕਰਨਾ। ਇਹਨੇ ਬੰਦੇ ਘੱਲੇ, ਉਧਰੋਂ ਪਤਰਸ ਨੂੰ ਰੋਇਆ ਆ ਗਈ, ਉਧਰੋਂ ਪਤਰਸ ਨੂੰ ਖੁਦਾ ਨੇ ਕਲਾਮ ਕਰ ਦਿੱਤਾ, ਤੇ ਉਹਨੂੰ ਬੰਦੇ 2 ਲੈਣ ਆਉਣਗੇ, ਚੁੱਪ ਕਰਕੇ ਨਾਲ ਟੁਰ ਜਾਈਂ ਉਹਨਾਂ ਦੇ। 2 ਵੇ ਕਮਿਊਨੀਕੇਸ਼ਨ। ਸੋ ਇਸ ਲਈ ਜਿੰਨੇ ਝੂਠੇ ਤੇ ਆ ਸਾਰੇ ਜਿੰਨੇ ਚਲਤਰੀ ਲੋਕ ਆ ਕੇ ਤੁਹਾਨੂੰ ਸੁਣਾਉਂਦੇ ਨਾ ਮੈਨੂੰ ਖੁਦਾ ਨੇ ਇਹ ਕਿਹਾ ਤੇ ਮੈਨੂੰ ਖੁਦਾ ਨੇ ਉਹ ਕਿਹਾ ਵੇ, ਤੇ ਉਹਨੂੰ ਕਹੋ ਜੀ ਕਿ ਜਿਹੜਾ ਫਰਿਸ਼ਤਾ ਤੈਨੂੰ ਖੁਦਾ ਕੋ ਪੈਗਾਮ ਲੈ ਕੇ ਦੱਸ ਕੇ ਆਇਆ ਨਾ ਮੇਰੇ ਬਾਰੇ ਚ, ਉਹ ਮੇਰੇ ਕੋਲੋਂ ਹੋ ਕੇ ਗਿਆ, ਇਸ ਲਈ ਮੈਨੂੰ ਪਤਾ ਕੀ ਕਿਹਾ। Don't worry about it. Don't buy this bullshit. Don't buy this. Never ever take this.
God never communicate ambiguously. खुदा जो कलाम करता है बड़ा प्रिसाइज, बड़ा क्लियर खुदा कलाम करता है, and God always communicate two ways. So this is a communication tool. ठीक है, ਅਸੀਂ ਜਿਹੜੇ ਇੱਥੇ ਗੱਲ ਕਰਨ ਰਹੇ ਆ ਕਮਿਊਨੀਕੇਸ਼ਨ ਦੀ ਖੁਦਾ ਦੀ, ਇੱਥੇ ਗੱਲ ਹੋਣ ਰਹੀ ਹੈ ਤਾਲੀਮ ਦੀ। ਇੱਥੇ ਗੱਲ ਜ਼ਬੂਰ ਵਿੱਚ ਦਾਊਦ ਕਰਨ ਰਿਹਾ ਵੇ, ਖੁਦਾ ਉਹਨਾਂ ਦੀ ਤਾਲੀਮ ਤੇ ਮੋਹਰ ਲਗਾਉਂਦਾ ਵੇ, ਖੁਦਾ ਉਹਨਾਂ ਦੀ ਤਾਲੀਮ ਉਹਨਾਂ ਨੂੰ ਐਜੂਕੇਟ ਕਰਦਾ ਵੇ। ਠੀਕ ਹੈ, ਔਰ ਐਜੂਕੇਟ ਕਰਨ ਦੇ ਵਿੱਚ ਮਿਊਜ਼ਿਕ ਦਾ ਕੀ ਕਿਰਦਾਰ ਹੈ, ਦੈਟਸ ਵੈਰੀ ਇੰਟੀਗਰਲ ਰੋਲ ਮਿਊਜ਼ਿਕ ਪਲੇਜ਼, ਕਿਉਂਕਿ ਮੌਸੀਕੀ ਦੇ ਵਸੀਲੇ ਅਸੀਂ ਵੇਖਦੇ ਆ। मेरे को इतना टाइम नहीं है मैं थोड़ा डीप जा सका, लेकिन कभी मौका मिले वी विल एक्सपेंड दैट वन। नबियां दे स्कूल ਜਿਹੜੇ ਬਣੇ ਸਨ, ਜਿਹੜੇ ਸਾਊਲ ਨੇ ਨਬੀਆਂ ਦੇ ਸਕੂਲ ਖੜੇ ਕੀਤੇ ਹਨ, ਸਾਊਲ ਕਹਿ ਰਿਹਾ ਵਾ ਸੈਮੂਅਲ ਨਬੀ ਨੇ। ਤੁਸੀਂ ਵੇਖੋਗੇ ਜਦੋਂ ਖੋਤੇ ਗਵਾਚ ਗਏ ਸਨ ਤੇ ਸਾਊਲ ਲੱਭਣ ਗਿਆ ਸੀ ਖੋਤੇ, ਉਦੋਂ ਜਿਹੜੀ ਨਬੀਆਂ ਦੀ ਜਮਾਤ ਉਤਰਨ ਡਈ ਸੀ ਸੈਮੂਅਲ ਦੀ ਕਿਤਾਬ ਦੇ ਵਿੱਚ, ਉਹ ਕੀ ਕਰਨ ਡਏ ਸਨ? ਦੇ ਵਰ ਪਲੇਇੰਗ, ਡਾਂਸਿੰਗ ਐਂਡ ਸਿੰਗਿੰਗ। ਸੋ ਪ੍ਰੋਫੈਟਿਕ ਸਕੂਲ ਜਿਹੜੇ ਸੈਮੂਅਲ ਨੇ ਬਣਾਏ ਸਨ, ਉਹਨਾਂ ਦੇ ਵਿੱਚ ਮੇਜਰ ਰੋਲ ਮਿਊਜ਼ਿਕ ਪਲੇਡ for the prophetic ministry। ਇੱਥੇ ਗੱਲ ਹੋਣ ਰਹੀ ਹੈ ਟੀਚਿੰਗ ਦੀ, ਇੱਥੇ ਗੱਲ ਹੋਣ ਰਹੀ ਹੈ ਖੁਦਾ ਦੀ ਤਾਲੀਮ ਦੀ, ਅੰਡਰਸਟੈਂਡਿੰਗ ਦੀ। ਸੋ ਅਸੀਂ ਵੇਖਦੇ ਹਾਂ ਜੀ ਕਿ ਅਯੂਬ ਸਾਨੂੰ ਦੱਸਦਾ ਵੇ ਕਿ ਖੁਦਾ ਜਦੋਂ ਕਮਿਊਨੀਕੇਟ ਕਰਦਾ ਵੇ, ਦਾਊਦ ਵੀ ਇਹ ਕਹਿੰਦਾ ਵੇ ਖੁਦਾ ਨੇ ਫਰਮਾਇਆ, ਬਲਕਿ ਮੈਂ 2 ਵਾਰੀ ਸੁਣਿਆ। ਔਰ ਕੀ ਸੁਣਿਆ? ਕਿ ਕੁਦਰਤ ਖੁਦਾਵੰਦ ਦੀ ਹੈ, ਸ਼ਫਕਤ ਖੁਦਾਵੰਦ ਦੀ ਹੈ, ਔਰ ਖੁਦਾਵੰਦ ਹਰ ਇੱਕ ਨੂੰ ਉਹਦੇ ਅਮਲ ਦੇ ਮੁਤਾਬਕ ਕੀ ਦਿੰਦਾ ਵੇ? ਬਦਲਾ ਦਿੰਦਾ ਵੇ। ਸੋ ਮੇਰੇ ਅਜ਼ੀਜ਼ੋ, ਲੈਸਨ ਅਸੀਂ ਕੀ ਸਿੱਖਿਆ ਵੇ? ਐਕਚੁਅਲੀ ਵਾਟ ਇਜ਼ ਦ ਲੈਸਨ ਵੀ ਲਰਨ ਫਰਮ ਦਿਸ ਸਾਮ? ਠੀਕ ਹੈ, 3-4 ਸਿਰਫ ਮੈਂ ਹਵਾਲਾ ਜਦ ਮੈਂ ਤੁਹਾਨੂੰ ਦੇਣ ਲੱਗਾ, ਵਾਰੀ 3 ਹਵਾਲੇ ਪੜ੍ਹ ਦੋ ਵਾਰੀ। ਇੱਕ ਜਣਾ ਕੱਢ ਲੈ ਜੀ, ਰੱਬ ਥੋੜਾ ਭਲਾ ਕਰੇ, ਨੰਬਰ ਗਿਣਤੀ 9ਵਾਂ ਬਾਬ। ਮੈਂ ਹਵਾਲਾ ਕਿਹਨੂੰ ਕੱਲਿਆ ਸੀ ਗਿਣਤੀ 9ਵੇਂ ਬਾਬ ਦਾ? ਅੰਕਲ ਜੋਸ਼ੂਆ, ਤੁਸੀਂ ਗਿਣਤੀ 9ਵਾਂ ਬਾਬ ਪੜ੍ਹ ਲਿਓ। ਹਾਂਜੀ। ਸਿਸਟਰ ਜਿਓਤੀ, ਹਬਕੂਕ ਨਬੀ ਦਾ ਸਹੀਫਾ 2ਰਾ ਬਾਬ, ਪਹਿਲੀਆਂ 3 ਆਇਤਾਂ। ਤੇ ਆਪਣਾ ਸਿਸਟਰ ਰੀਨਾ, ਤੁਸੀਂ ਜਨਾਬ ਕੱਢ ਲਓ, ਰੱਬ ਥੋੜਾ ਭਲਾ ਕਰੇ, ਆਪਣਾ 2 ਪੀਟਰ 3ਰਾ ਬਾਬ ਤੇ ਉਹਦੀ 9ਵੀਂ ਆਇਤ, ਨਵੇਂ ਯਾਦਨਾਮੇ ਦੇ ਵਿੱਚੋਂ। 3 ਹਵਾਲੇ ਨੇ ਜੀ ਪੁਰਾਣੇ ਯਾਦਨਾਮੇ ਵਿੱਚੋਂ, ਇੱਕ ਗਿਣਤੀ ਦੀ ਕਿਤਾਬ 9ਵਾਂ ਬਾਬ, ਔਰ 9ਵੇਂ ਬਾਬ ਦੀ ਅੰਕਲ ਜੀ ਮੈਂ ਤੁਹਾਨੂੰ ਆਇਤਾਂ ਕਿਹੜੀਆਂ ਕਈਆਂ ਨੇ? 19 ਤੇ 23, 18 ਤੇ 23 ਹੈ, 18 ਤੇ 23 ਹੈ। 18 ਤੋਂ ਲੈ ਕੇ 23 ਤੱਕ ਪੜਨਾ ਤੁਹਾਂ ਕੰਟੀਨਿਊ। ਠੀਕ ਹੈ, ਹਾਂਜੀ। और सिस्टर ज्योति तुहां पढ़ना है जी हबक्कूक 2 बाब 3 है। हाँ जी, ठीक है। और सिस्टर रीना तुहां पढ़ना है की जी? 2 पीटर चैप्टर 3 ओदी 8 3 तो 8 तो 9। ना 8 तो 9 में क्या 8 तो 9 लिखा है ना? हाँ जी 8 तो 9। ओके 8 तो 9 ठीक है, ओके वेरी गुड। ओके जी, हवाला 10 के पढ़ो जी जरा अंकल जी। लो जी, मैं पढ़ांगा खुदा दे कलाम च गिनती ਉਹਦਾ 9 ਬਾਬ 18 ਤੋਂ 23 ਐਤ ਤੱਕ। ਯਹੋਵਾ ਦੇ ਹੁਕਮ ਉੱਤੇ ਇਸਰਾਇਲੀ ਕੂਚ ਕਰਦੇ ਸਨ ਅਤੇ ਯਹੋਵਾ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿੰਨਾ ਚਿਰ ਬੱਦਲ ਡੇਰੇ ਦੇ ਉੱਤੇ ਠਹਿਰਦਾ ਸੀ, ਉਹ ਆਪਣੇ ਡੇਰੇ ਵਿੱਚ ਰਹਿੰਦੇ ਸਨ। ਜਦ ਬੱਦਲ ਡੇਰੇ ਉੱਤੇ ਬਹੁਤੇ ਦਿਨਾਂ ਤੀਕ ਠਹਿਰਿਆ ਰਹਿੰਦਾ ਸੀ, ਤਾਂ ਇਸਰਾਇਲੀ ਯਹੋਵਾ ਦੇ ਹੁਕਮ ਨੂੰ ਮੰਨਦੇ ਹੋਏ ਕੂਚ ਨਹੀਂ ਕਰਦੇ ਸਨ। ਕਦੀ ਬੱਦਲ ਥੋੜੇ ਦਿਨ ਡੇਰੇ ਦੇ ਉੱਤੇ ਰਹਿੰਦਾ ਸੀ, ਤਦ ਯਹੋਵਾ ਦੇ ਹੁਕਮ ਅਨੁਸਾਰ ਉਹ ਡੇਰੇ ਵਿੱਚ ਰਹਿੰਦੇ ਸਨ ਅਤੇ ਫਿਰ ਯਹੋਵਾ ਦੇ ਹੁਕਮ ਅਨੁਸਾਰ ਕੂਚ ਕਰਦੇ ਸਨ। ਅਤੇ ਕਦੀ ਬੱਦਲ ਸਾਂਝ ਤੋਂ ਸਵੇਰ ਤੱਕ ਹੁੰਦਾ ਸੀ, ਤਾਂ ਜਦ ਸਵੇਰ ਨੂੰ ਬੱਦਲ ਚੁੱਕਿਆ ਜਾਂਦਾ ਸੀ, ਤਾਂ ਉਹ ਕੂਚ ਕਰਦੇ ਸਨ। ਭਾਵੇਂ ਦਿਨ ਨੂੰ ਭਾਵੇਂ ਰਾਤ ਨੂੰ ਜਦ ਬੱਦਲ ਚੁੱਕਿਆ ਜਾਂਦਾ ਸੀ, ਤਦ ਉਹ ਕੂਚ ਕਰਦੇ ਸਨ। ਭਾਵੇਂ 2 ਦਿਨ ਭਾਵੇਂ ਮਹੀਨਾ ਭਾਵੇਂ ਢੇਰ ਚਿਰ ਬੱਦਲ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਤਾਂ ਇਸਰਾਇਲੀ ਡੇਰੇ ਵਿੱਚ ਰਹਿੰਦੇ ਹੁੰਦੇ ਸਨ ਅਤੇ ਕੂਚ ਨਹੀਂ ਕਰਦੇ ਸਨ। ਅਤੇ ਜਦ ਉਹ ਚੁੱਕਿਆ ਜਾਂਦਾ ਸੀ, ਤਾਂ ਉਹ ਕੂਚ ਕਰਦੇ ਸਨ। ਯਹੋਵਾ ਦੇ ਹੁਕਮ ਨਾਲ ਉਹ ਡੇਰੇ ਲਾਉਂਦੇ ਸਨ ਅਤੇ ਯਹੋਵਾ ਦੇ ਹੁਕਮ ਨਾਲ ਉਹ ਕੂਚ ਕਰਦੇ ਸਨ। ਯਹੋਵਾ ਦੀ ਆਗਿਆ ਨੂੰ ਉਹ ਮੰਨਦੇ ਸਨ, ਜਿਵੇਂ ਯਹੋਵਾ ਮੂਸਾ ਦੇ ਰਾਹੀਂ ਹੁਕਮ ਦਿੰਦਾ ਸੀ। ਓਕੇ ਜੀ, ਅਸੀਂ ਜ਼ਬੂਰ 62 ਦਾ ਮੇਨ ਥੀਮ ਕੀ ਲੈ ਕੇ ਚੱਲ ਰਹੇ ਹਾਂ ਜੀ? ਵੇਟਿੰਗ ਇਜ਼ ਵਰਸ਼ਿਪ। ਓਕੇ, ਵਾਟ ਇਜ਼ ਦ ਮੇਨ ਥੀਮ? ਵੇਟਿੰਗ ਇਜ਼ ਵਰਸ਼ਿਪ, ਪੇਸ਼ੈਂਸਲੀ ਵੇਟਿੰਗ। ਹਾਂ, ਵੇਟਿੰਗ ਇਜ਼ ਵਰਸ਼ਿਪ। ਇੱਥੇ ਤੁਹਾਨੂੰ ਯਾਦ ਹੈ ਪਿਛਲੇ ਦਿਨਾਂ 'ਚ ਨਾ ਆਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਸਿਸਟਰ ਜੋਤੀ ਨੂੰ ਪੁੱਛਿਆ, ਉਹ ਜੀ ਭਾਈ ਜਾਰਜ ਦਾ ਕੀ ਹਾਲ ਹੈ? ਆਂਦੇ ਨੇ ਜੀ ਆ ਪਏ ਹੋਏ ਨੇ, ਠੀਕ ਹੈ ਨਾ।
मतलब रेस्ट कर रहे हैं, आराम कर रहे हैं ना, मतलब पंजाबी का फिगर ना, फिगर ऑफ स्पीच है कि जी आप ही होया मतलब बंदा पिया होया रेस्ट कर रहा है, ठीक है ना। अच्छा आ तुसी 18वीं आयत पढ़ोगे ना, इत्थे लिखिया जी ओ जब तक अबर मस्कन पर बदल ठहरा रहिंदा ही ना, ओ डेरे पा के ते पए रहिंदे हन, रेस्ट चिल मारन डे ने, कोई फिकर ना फाका ऐश कर काका, मौजा जिन्ने चिर तक बदल ठहरिया वे वो पए ने आराम नाल, रोटी फ्री दी, खाना फ्री दा, लॉन्ड्री फ्री दी, गोश्त फ्री दा, अन्न फ्री दा, मन भी फ्री दा, हर चीज तो फ्री सी, हर चीज तो पैकेज सी। उधरों अबर ठहरदा ही और आराम नाल लेटे रहंदे हन, चिल मारना होना, उन्हां गेमां खेडनियां, ठीक है, उदों अगर वीडियो गेम होंदी है वीडियो गेमां खेडदे आराम दे नाल है, वो काम काज कोई ना है। अच्छा लिखिया है भावें एक दिन अबर ठहरे ते भावें महीना ठहरे, ठीक है, भावें हफ्ता हफ्ता ना चुकिया जाए, भावें भावें जनाब 2-2 महीने प्यार है, उन्होंने हिलना उदों ही है, उन्हें कूच उदों ही करना वे जो खुदा लो की होना है, हुक्म होना है, उन्ने चिर तक विच उन्हां नूं कोई टेंशन कोई नहीं, ठीक है ना, जिन्ने चिर तक जवाब नहीं आना, नो टेंशन नो प्रेशर, चिल, दैट्स द आइडिया, वेटिंग ऑफ द लॉर्ड। यसाया 40 बाब दे विच की कहंदा वे, 40 बाब दे 3 आयत है वे, खुदावंद का इंतजार करने वाले असरे नौ जोर हासिल करते हैं, वो उकाबों की मानिंद नए बालों पर से उड़ेंगे, वो दौड़ेंगे और ना थकेंगे। इंटरेस्टिंगली ਜਦੋਂ ਅਸੀਂ ਖੁਦਾ ਦਾ ਇੰਤਜ਼ਾਰ ਕਰਨਾ ਮੇਰੇ ਜੀਓ, ਉਹ ਇੰਤਜ਼ਾਰ ਜਿਹੜਾ ਵੇ ਨਾ, ਉਹ ਇੰਤਜ਼ਾਰ ਸਿਰਫ ਇੰਤਜ਼ਾਰ ਨਹੀਂ ਹੈ, ਉਹਦੇ ਵਿੱਚ ਖੁਦਾ ਪ੍ਰੋਸੈਸ ਕਰ ਰਿਹਾ ਕੋਈ ਸ਼ੈ, ਖੁਦਾ ਕੁਝ ਕੰਮ ਕਰ ਰਿਹਾ ਵੇ। ਅਸੀਂ ਏਡੇ ਕਾਲੇ ਪੈਨੇ ਆ ਨਾ, ਅਸੀਂ ਜਨਾਬ ਠੱਕ ਆਪਣੀਆਂ ਆਈਡੀਆ ਲਾ ਕੇ, ਆਪਣੇ ਟੋਟਕੇ ਲਾ ਕੇ ਤੇ ਅਸੀਂ ਜਨਾਬ ਚੀਜ਼ਾਂ ਨੂੰ ਅਸੀਂ ਫੌਰਨ ਫਿਕਸ ਕਰਨ ਦੀ ਕੋਸ਼ਿਸ਼ ਕਰਨੇ ਆ, ਕੁਇਕ ਫਿਕਸ ਕਰਨ ਦੀ ਕੋਸ਼ਿਸ਼ ਕਰਨੇ ਆ, ਉਹ ਕੰਮ ਬਣਨ ਦੀ ਬਜਾਏ ਕੀ ਹੋ ਜਾਂਦਾ, ਉਹ ਵਿਗੜ ਜਾਂਦਾ, ਠੀਕ ਹੈ ਨਾ। ਸੋ ਇੰਤਜ਼ਾਰ, ਵੇਟਿੰਗ। ਓਕੇ ਜੀ, ਸੈਕੰਡ ਰੈਫਰੈਂਸ ਹਬਕੂਕ ਪੜਾਂਗੇ, ਹਬਕੂਕ ਉਹਦਾ 2 ਬਾਬ ਉਹਦੀ ਪਹਿਲੀ ਆਇਤ। ਪ੍ਰਭੂ ਦਾ ਹਬਕੂਕ ਨੂੰ ਉੱਤਰ, ਮੈਂ ਉੱਚੇ ਬੁਰਜ ਉੱਤੇ ਖੜਾ ਹੋਵਾਂਗਾ ਅਤੇ ਧਿਆਨ ਨਾਲ ਦੇਖਾਂਗਾ ਕਿ ਪ੍ਰਭੂ ਮੇਰੀ ਸ਼ਿਕਾਇਤ ਦਾ ਕੀ ਉੱਤਰ ਦਿੰਦਾ ਹੈ। ਤਦ ਪ੍ਰਭੂ ਨੇ ਮੈਨੂੰ ਉੱਤਰ ਦਿੱਤਾ, ਤੂੰ ਆਪਣਾ ਦਰਸ਼ਨ ਸਾਫ਼-ਸਾਫ਼ ਵੱਡਾ ਕਰਕੇ ਪੱਟੀਆਂ ਉੱਤੇ ਲਿਖ ਕਿ ਦੌੜਦੇ ਜਾਂਦੇ ਰਾਹੀ ਵੀ ਉਹਨਾਂ ਨੂੰ ਪੜ੍ਹ ਸਕਣ। ਦਰਸ਼ਨ ਪੂਰਾ ਹੋਣ ਦੇ ਲਈ ਆਪਣੇ ਸਮੇਂ ਦੀ ਉਡੀਕ ਕਰਦਾ ਰਹਿ, ਇਹ ਜ਼ਰੂਰ ਪੂਰਾ ਹੋਵੇਗਾ। ਇਹ ਆਪਣੇ ਅੰਤ ਵੱਲ ਕਾਹਲੀ ਨਾਲ ਜਾਂਦਾ ਹੈ, ਬੇਸ਼ੱਕ ਤੈਨੂੰ ਇਹ ਛੇਤੀ ਪੂਰਾ ਹੁੰਦਾ ਨਾ ਦਿਖੇ, ਪਰ ਤੂੰ ਇਸ ਦੇ ਲਈ ਉਡੀਕ ਕਰ, ਕਿਉਂਕਿ ਜ਼ਰੂਰ ਆਪਣੇ ਸਮੇਂ ਤੇ ਪੂਰਾ ਹੋਵੇਗਾ, ਇਹ ਰੁਕਿਆ ਨਹੀਂ ਰਹੇਗਾ। Here you go, ਕੀ ਕਰ ਉਡੀਕ ਕਰ, ਟਿਕਿਆ ਰਹਿ, ਆਰਾਮ ਦੇ ਨਾਲ, ਕੰਟੈਂਟਡ, ਫਿਕਰ ਨਾ ਕਰ, ਤੇਰਾ ਕੋਈ ਕੰਮ ਅਟਕਿਆ ਵੇ, ਖੁਦਾ ਅੱਗੇ ਰਿਕੁਐਸਟ ਪਾਈ ਹੈ, ਕੋਈ ਕੀਤੀ ਹੈ ਨਾ, then patiently wait। ਇਹ ਸਾਡੇ ਕੋਲ ਨਹੀਂ ਹੁੰਦਾ, ਠੀਕ ਹੈ ਨਾ। ਅਸੀਂ ਜਨਾਬ ਠਕਾ ਠਕ ਇੱਧਰ ਜਨਾਬ ਇੰਜ ਸਵਾਈਪ ਤੇ ਸਵਾਈਪ, ਮੈਸੇਜ ਤੇ ਮੈਸੇਜ, ਈਮੇਲ ਤੇ ਫੋਨ ਤੇ ਮਾਰ ਆਪਣਾ ਟਕਾ ਟਕ। ਸਾਡੇ ਮਗਰ ਛੁੱਲੀ ਨੇ ਅੱਗ ਲਾਈ ਹੁੰਦੀ ਹੈ, ਅਸੀਂ ਛੁੱਲੀ ਅੰਗਰੋਂ ਛੂੰ ਕਰਕੇ ਇੱਧਰ ਤੇ ਛੂੰ ਕਰਕੇ ਉੱਧਰ, ਠੀਕ ਹੈ ਨਾ, ਤੇ ਹੁੰਦਾ ਕੁਛ ਵੀ ਨਹੀਂ। ਉਹ ਮੈਨੂੰ ਕਹਾਣੀ ਇੱਕ ਯਾਦ ਆ ਗਈ, ਟਾਈਮ ਹੈ ਸਾਡੇ ਕੋਲ, ਉਹ ਇੱਕ ਬਾਂਦਰ ਸੀ ਨਾ, ਤੇ ਜੰਗਲ ਦੇ ਵਿੱਚ ਨਾ ਬੜੇ ਬਾਂਦਰ ਹੁੰਦੇ ਨਾ, ਤੇ ਉਹ ਨਾ ਇੱਕ ਦਿਨ ਜਾਨਵਰਾਂ ਨੇ ਕੌਂਸਲ ਬਿਠਾਈ। ਉਹ ਜਾਨਵਰ ਕਹਿਣ ਲੱਗੇ ਕਿ ਭਾਈ ਇੰਜ ਕਰੀਏ ਕਿ ਸ਼ੇਰ ਤੇ ਹੋ ਗਿਆ ਬੁੱਢਾ, ਠੀਕ ਹੈ, ਤੇ ਹੁਣ ਅਸੀਂ ਸਾਨੂੰ ਚਾਹੀਦਾ ਵੇ ਕੋਈ ਐਸਾ ਜਾਨਵਰ ਜਿਹੜਾ ਸਾਡਾ ਲੀਡਰ ਬਣੇ, ਜਿਹੜਾ ਫਾਸਟ ਹੋਏ, ਠੀਕ ਹੈ ਨਾ, ਕੁਇਕ, ਔਰ ਜਨਾਬ ਫਟਾਫਟ ਕੰਮ ਕਰੀਏ। ਉਹਨਾਂ ਕਿਹਾ ਯਾਰ ਅਗਰ ਵੇਖਿਆ ਜਾਏ ਤੇ ਬਾਕੀ ਤਾਂ ਸਾਰੇ ਜਾਨਵਰ, ਹਾਥੀ ਵੱਡਾ ਸਾਰਾ ਤੇ ਹੈ, ਪਾਵਰਫੁਲ ਵੀ ਹੈ, ਪਰ ਸਲੋ ਬੜਾ ਹੈ, ਠੀਕ ਹੈ, ਹਾਥੀ ਨੂੰ ਤਾਂ ਨਹੀਂ ਬਣਾ ਸਕਦੇ। ਉਹਨਾਂ ਕਿਹਾ ਜੀ ਅੱਛਾ ਹੋਰ ਵੇਖੋ ਜਿਹਦਾ ਗ੍ਰੈਂਡੀਅਰ ਹੋਏ। ਉਹਨਾਂ ਕਿਹਾ ਯਾਰ ਹਿਪੋਪੋਟੇਮਸ ਵੀ ਹੈ ਵੇ ਜਿਹੜਾ ਵੇ, ਲੇਕਿਨ ਉਹ ਹਮੇਸ਼ਾ ਸਮੁੰਦਰ ਦਰਿਆ ਦੇ ਵਿੱਚ ਮੂੰਹ ਭਰ ਕੇ ਪਿਆ, ਏਡਾ ਵੱਡਾ ਮੂੰਹ ਉਹਦਾ ਜਨਾਬ, ਉਹ ਵੀ ਏਡਾ, ਇਹ ਤੇ ਮਤਲਬ ਉਹਦਾ ਫਾਇਦਾ ਕੋਈ ਨਹੀਂ, ਉਹਦਾ ਵੀ। ਉਹਨਾਂ ਕਿਹਾ ਅੱਛਾ, ਉਹਨਾਂ ਕਿਹਾ ਭਾਈ ਜੇ ਕੁਇਕ ਬੰਦਾ ਲੱਭਣਾ ਜੇ ਨਾ, ਤੇ ਉਹ ਬਾਂਦਰ ਜੇ, ਉਹ ਜਨਾਬ ਇੱਧਰੋਂ ਛਾਂ ਕਰਕੇ ਜਾਂਦਾ ਤੇ ਉਧਰੋਂ ਛਾਂ ਕਰਕੇ ਇੱਧਰ ਆ ਜਾਂਦਾ, ਠੀਕ ਹੈ ਨਾ। ਸੋ ਉਹਨਾਂ ਕਿਹਾ ਜੀ ਸਾਰਾ ਵੋਟ ਦੇ ਦਿੱਤੇ, ਓਕੇ ਜੀ ਜਨਾਬ, ਬਾਂਦਰ ਜਿਹੜਾ ਵੇ ਨਾ ਕ੍ਰਾਈਟੇਰੀਆ ਦੇ ਪੂਰਾ ਉਤਰਦਾ ਤੇ ਬਾਂਦਰ ਨੂੰ ਬਾਦਸ਼ਾਹ ਬਣਾ ਦੋ। ਬਾਂਦਰ ਬਣ ਗਿਆ ਬਾਦਸ਼ਾਹ। ਅੱਛਾ ਹੁਣ ਬਾਂਦਰ ਜਨਾਬ ਕਦੀ ਇੱਧਰ ਤੇ ਕਦੀ ਉਧਰ ਟਪੋਸੀ ਮਾਰਦੇ, ਉਧਰ ਤੇ ਉਧਰ, ਉਹਨੂੰ ਉਹਦਾ ਪੂਰਾ ਕਬੀਲਾ ਹੀ ਜਨਾਬ, ਉਹਨਾਂ ਪੂਰਾ ਦਰਖਤ ਸਾਰੇ ਮੱਲ ਛੜੇ ਤੇ ਆ ਕਦੀ ਇਹ ਸ਼ੋਰ ਪਾ ਕੇ ਨਾ। ਇੱਕ ਦਿਨ ਜੰਗਲ ਚ ਲੱਗ ਗਈ ਅੱਗ ਲੱਗ ਗਈ ਤੇ ਸਾਰੇ ਜਨਾਬ ਜਾਨਵਰ ਹੁਣ ਅੱਗ ਨੱਠੇ ਭੱਜੇ ਫਿਰਨ ਤੇ ਪੁੱਛਣ ਲੱਗਾ ਜੀ ਬਾਦਸ਼ਾਹ ਕਿੱਧਰ ਹੈ, ਬਾਦਸ਼ਾਹ ਕਿੱਥੇ, ਕੀ ਕਰੀਏ ਹੁਣ, ਕੀ ਕਰੀਏ ਨਾ।
ਉਹ ਬਾਂਦਰ ਜਨਾਬ ਇੱਕ ਦਰਖਤ ਤੋਂ ਛਾਲ ਮਾਰੇ ਉਧਰ, ਦੂਜੇ ਦਰਖਤ ਤੋਂ ਛਾਲ ਮਾਰੇ ਉਧਰ, ਤੀਜੇ ਤੋਂ ਛਾਲ ਮਾਰੇ ਉਧਰ, ਤੇ ਇਧਰੋਂ ਇੰਜ ਤੇ ਉਧਰੋਂ ਇੰਜ ਤੇ ਨਾ ਉਧਰੋਂ ਇੰਜ। ਉਹ ਜਾਨਵਰ ਸਾਰੇ ਖਲੋ ਗਏ, ਬਹਿਣ ਲੱਗੇ। ਉਹ ਕਹਿੰਦੇ ਬਾਦਸ਼ਾਹ ਸਲਾਮਤ, ਕੀ ਕਰੀਏ ਹੁਣ ਡਏ ਹੋ? ਉਹ ਜੰਗਲ ਚ ਅੱਗ ਲੱਗ ਗਈ ਹੈ, ਘਰ ਤਬਾਹ ਹੋਣ, ਦੱਸੋ ਪ੍ਰਜਾ ਕੀ ਕਰੇ, ਕਿਹੜੇ ਪਾਸੇ ਜਾਏ? ਉਹ ਬਾਂਦਰ ਆਖੇ ਅੱਗ ਲੱਗੀ ਏ, ਛੱਡੋ, ਤੁਸੀਂ ਮੇਰੀਆਂ ਆਉਣੀਆਂ ਵੇਖੋ ਤੇ ਮੇਰੀਆਂ ਜਾਣੀਆਂ ਵੇਖੋ। ਠੀਕ ਹੈ ਨਾ? ਸੋ ਤੁਹਾਨੂੰ ਬੜੇ ਲੋਕ ਇੰਦੇ ਨਜ਼ਰ ਆਉਣਗੇ, ਠੀਕ ਹੈ ਨਾ? ਉਹ ਅੱਗ ਲੱਗੀ ਹੋਏ, ਕੁਛ ਵੀ ਪਿਆ ਹੋਏ, ਉਹਨਾਂ ਨੂੰ ਇਹਦੇ ਨਾਲ ਕੋਈ ਫਿਕਰ ਫਾਕਾ ਕੋਈ ਨਹੀਂ, ਪਬਲਿਕ ਨਾਲ ਕੀ ਹੋਣ ਡਿਆ, ਕੀ ਵਕਤਾ ਪੈ ਗਿਆ ਵੇ, ਉਹ ਬਸ ਮੇਰੀਆਂ ਆਉਣੀਆਂ ਵੇਖੋ ਤੇ ਮੇਰੀਆਂ ਜਾਣੀਆਂ ਵੇਖੋ ਬਸ, ਠੀਕ ਹੈ ਨਾ? ਸੋ ਦਿਸ ਇਜ਼ ਕਾਈਂਡ ਆਫ ਲੀਡਰ। ਬਾਂਦਰ ਵਾਲੀ ਲੀਡਰਸ਼ਿਪ ਹੈ ਨਾ, ਉਹ ਵੀ ਤੁਹਾਨੂੰ ਬੜੀ ਜਗ੍ਹਾ ਮਿਲੇਗੀ। ਇਹਨੂੰ ਅਸੀਂ ਕਹਿੰਦੇ ਆ ਅੰਗਰੇਜ਼ੀ ਜ਼ਬਾਨ ਵਿੱਚ ਡੂਇੰਗ ਬਿਜ਼ੀ, ਲੁਕਿੰਗ ਬਿਜ਼ੀ ਐਂਡ ਡੂਇੰਗ ਨਥਿੰਗ। ਠੀਕ ਹੈ ਨਾ? ਸੋ ਆਖਰੀ ਵਾਲਾ ਪੜਾਂਗੇ ਜੀ। ਹਾਂਜੀ ਸਿਸਟਰ ਰੀਨਾ। सेकंड पीटर और द चैप्टर 10 वर्स 8 से 9। हे प्रियो, ये बात तुमसे छुपी ना रही कि परमेश्वर के यहाँ एक दिन 1000 के बराबर और 1000 दिन एक के बराबर है। प्रभु अपनी प्रतीक्षा के विषय में देरी नहीं करता जैसे तुम कुछ लोग समझते हैं, पर तुम्हारे विषय में धीरज धरा और नहीं चाहता कि कोई नष्ट हो, वरना ये कि सबको मन फिराव का अवसर मिले। थैंक यू जी। मेरे जीजो, ਤੁਹਾਡਾ ਟਾਈਮ ਫਰੇਮ ਤੇ ਖੁਦਾ ਦਾ ਟਾਈਮ ਫਰੇਮ, ਤੁਹਾਡਾ ਕੈਲੰਡਰ ਤੇ ਖੁਦਾ ਦਾ ਕੈਲੰਡਰ, they always work different time zone। ਠੀਕ ਹੈ? ਸੋ ਆਪਣੇ ਟਾਈਮ ਦੇ ਮੁਤਾਬਿਕ ਖੁਦਾ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਨਾ ਕਰੋ। ਵੇਟ ਪੇਸ਼ੈਂਟਲੀ। ਖੁਦਾ ਦਾ ਕੈਲੰਡਰ, ਖੁਦਾ ਦਾ ਟਾਈਮ ਜਦੋਂ ਆਏਗਾ ਨਾ, ਕਲਾਮ ਵਿੱਚ ਲਿਖਿਆ ਹੋਵੇ खुदावंद अपने वादे में देर नहीं करता जैसी देर बाज लोग समझते हैं। सो अपने कैलेंडर ਨੂੰ ਕੁਇਕ ਫਿਕਸ ਖੁਦਾ ਦੇ ਕੈਲੰਡਰ ਨਾਲ ਨਾ ਕਰੋ, ਖੁਦਾ ਨੂੰ ਆਪਣਾ ਕੰਮ ਕਰਨ ਦਿਓ ਤਾਂ ਕਿ ਸਾਡੀ ਜ਼ਿੰਦਗੀਆਂ 'ਚ ਖੁਦਾ ਦਾ ਕੰਮ ਹੋ ਸਕੇ। ਖੁਦਾ ਸਾਨੂੰ ਸਾਰਿਆਂ ਨੂੰ ਪੇਸ਼ੈਂਟਲੀ ਵੇਟ ਕਰਨ ਦਾ ਔਰ ਇਸ ਵੇਟ ਦੇ ਜਿਹੜੀ ਇਹਨੂੰ ਵਰਸ਼ਿਪ ਸਮਝ ਕੇ ਇੰਤਜ਼ਾਰ ਕਰਨ ਦਾ ਖੁਦਾ ਸਾਨੂੰ ਸਾਰਿਆਂ ਨੂੰ ਫਜ਼ਲ ਬਖਸ਼ੇ। ਆਮੀਨ। Amen. Thank you. मैं ਹੁਣ ਇਨਵਾਈਟ ਕਰਾਂਗੀ ਅੰਕਲ ਜੋਸ਼ੂ ਨੂੰ ਕਿ ਉਹ ਆਪਣੇ ਸਵਾਲ, ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਜਿਹੜਾ ਇਹਦਾ ਮੈਂ ਥੀਮ ਲਿਆ ਨਾ, ਥੀਮ ਇਹੋ ਹੀ ਆ ਸਾਡੇ ਜਿਹੜੀ ਹੈ ਨਾ ਹਲੀਮੀ, ਇੰਤਜ਼ਾਰ ਕਰਨ ਦੀ। ਕਿਸੇ ਚੀਜ਼ ਨੂੰ ਅਸੀਂ ਖੁਦਾ ਦੇ ਅੱਗੇ ਰੱਖ ਦਿੰਦੇ ਹਾਂ ਤੇ ਮੰਗਦੇ ਹਾਂ ਕਿ ਸਾਨੂੰ ਬੜੀ ਜਲਦੀ ਮਿਲ ਜਾਏ ਇੱਕਦਮ, ਮਗਰ ਇਹ ਖੁਦਾ ਜਿਹੜਾ ਉਹ ਬਿਹਤਰ ਟਾਈਮ ਜਿਹੜਾ ਉਹ ਖੁਦਾ ਜਾਣਦਾ। ਜਦੋਂ ਉਹਨੇ ਤੁਹਾਨੂੰ ਚੀਜ਼ ਦੇਣੀ ਹੈ, ਜਦੋਂ ਉਸ ਚੀਜ਼ ਦੇਣ ਦਾ ਮਕਸਦ ਹੈ ਉਹਦੇ ਵਿੱਚ ਵੀ ਚੰਗਿਆਈ ਹੈ, ਚੰਗਿਆਈ ਦੇ ਲਈ ਹੈ ਸਾਡੇ ਲਈ, ਜਾਂ ਕਿ ਬੁਰਾਈ ਦੇ ਲਈ ਹੈ। ਜਦੋਂ ਦੇਣੀ ਹੈ ਉਹਨੇ ਉਦੋਂ ਹੀ ਦੇਣੀ ਹੈ ਜਦੋਂ ਸਾਡੀ ਅਸਲ ਦੇ ਵਿੱਚ ਜ਼ਰੂਰਤ ਹੁੰਦੀ ਹੈ। ਮੇਰਾ ਇੱਕ ਬਲਾਈਂਡ ਫੇਥ ਹੈ ਖੁਦਾ ਦੇ ਉੱਤੇ, ਸਾਰਿਆਂ ਦਾ ਹੋਣਾ ਚਾਹੀਦਾ। ਕੋਈ ਮੈਂ ਆਪਣੀ ਗੱਲ ਦੱਸਦਾ ਵੀ ਮੈਂ ਜਦੋਂ ਮਕਾਨ ਲੈਣਾ ਸੀ ਤੇ ਪੈਸੇ ਵੀ ਇੰਨੇ ਨਹੀਂ ਸੀ ਹੈਗੇ, ਤੇ ਖੁਦਾ, ਬੱਚੇ ਛੋਟੇ ਸੀ, ਇੱਕੋ ਟੁੱਟੀ ਜਿਹੀ ਕਾਰ ਸੀ, ਉਹਦੇ ਚ ਬਿਠਾਣੇ ਤੇ ਸਕੂਲ ਲੈ ਕੇ ਆਂਦਾ ਸੀ ਮੈਂ। ਸਕੂਲ ਇਸ ਤੋਂ 2 ਬਲਾਕ ਅੱਗੇ ਹੈ ਛੋਟੇ ਬੱਚਿਆਂ ਦਾ, ਐਲੀਮੈਂਟਰੀ ਸਕੂਲ। ਤੇ ਬੱਚਿਆਂ ਨੇ ਵੀ ਕਹਿਣਾ ਬੇਟਾ ਹੱਥ ਕੇ ਤੇ ਖੁਦਾ ਅੱਗੇ ਦੁਆ ਕਰੀਏ ਤਾਂ ਕਿ ਸਾਨੂੰ ਇਹ ਮਕਾਨ ਮਿਲੇ। ਇਹ ਸੇਲ ਤੇ ਲੱਗਾ ਦਾ ਸੀ। ਇੱਕ ਵਾਰੀ ਕੋਈ ਲੈ ਵੀ ਗਿਆ, ਮੈਂ ਤਾਂ ਵੀ ਆਉਣਾ ਉਸੇ ਤਰ੍ਹਾਂ ਹੀ ਬੱਚਿਆਂ ਨੂੰ ਨਾਲ ਲੈ ਕੇ ਆਉਣ ਲੱਗਿਆ ਵੀ ਦੁਆ ਕਰਨੀ ਤੇ ਜਾਣ ਲੱਗਿਆ ਵੀ ਕਰਨੀ। ਉਹ ਕਿਉਂ? ਮੇਰਾ ਫੇਥ ਸੀ, ਮੈਂ ਖੁਦਾ ਤੋਂ ਇਹੋ ਹੀ ਮੰਗਦਾ ਸੀ ਕਿ ਖੁਦਾਵੰਦਾ ਤੂੰ ਮੈਨੂੰ ਦੇਂਗਾ, ਜਦੋਂ ਵੇਲਾ ਆਏਗਾ ਤੂੰ ਮੈਨੂੰ ਦੇਂਗਾ। ਇਹ ਮੈਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਰਹਿਣਾ। ਤੇ ਖੁਦਾ ਨੇ, ਉਹ ਜਿਹੜੇ ਬੰਦੇ ਨੇ ਪੈਸਾ ਦਿੱਤਾ ਸੀ ਪਹਿਲਾਂ, ਮਤਲਬ ਰੀਅਲ ਸਟੇਟ ਵਾਲਿਆਂ ਨੂੰ, ਜੋ ਵੀ ਉਹਦੇ ਪੇਪਰਾਂ ਸੀ, ਕਾਗਜ਼ਾਤ ਸੀ, ਉਹ ਕੀਤੇ। ਉਹਨਾਂ ਨੇ ਉਹ ਕੈਂਸਲ ਹੋ ਗਏ, ਪਤਾ ਨਹੀਂ ਕਿਸ ਬੇਸ ਨਾਲ ਕੈਂਸਲ ਕੀਤੇ ਉਹ। ਤੇ ਉਹ ਮਕਾਨ ਜਿਹੜਾ ਸੀ ਜਦੋਂ ਮੈਂ ਆਪਣਾ ਲਿਆ ਤੇ ਖੁਦਾ ਨੇ, ਦੇਖੋ ਮੇਰੇ ਕੋਲ ਇਹਨੇ ਪੈਸੇ ਨਹੀਂ ਸੀ ਲੈਣ ਲਈ, ਖੁਦਾ ਨੇ ਕਿਸੇ ਨੂੰ ਤਿਆਰ ਕੀਤਾ ਮੇਰੇ ਲਈ। ਕੋ ਸਾਈਨਰ ਦੀ ਲੋੜ ਸੀ ਕਿਉਂਕਿ ਉਦੋਂ ਅਸੀਂ ਸਿਰਫ 1,50,000 ਦੇ ਉੱਤੇ ਕੁਆਲੀਫਾਈ ਕਰਦੇ ਸੀ ਤੇ ਮਕਾਨ ਦੀ ਕੀਮਤ 1,96,000 ਸੀ। ਤੇ ਦੇਖੋ ਖੁਦਾ ਨੇ ਟਾਈਮ ਦੇ ਉੱਤੇ ਆਣ ਕੇ ਉਸ ਸ਼ਖਸ ਨੂੰ ਤਿਆਰ ਕੀਤਾ ਵੀ ਸਾਈਨ ਕਰ।
ਇੱਕ ਤੁਹਾਡੇ ਚ ਵਿਸ਼ਵਾਸ ਤੇ ਫੇਥ ਪੇਸ਼ੈਂਸ ਜਿਹੜੀ ਹੈ ਉਹ ਤੁਹਾਡੇ ਚ ਹੋਣੀ ਚਾਹੀਦੀ ਹੈ। ਇਹ ਮਤਲਬ ਕਿ ਮੈਂ ਥੀਮ ਇਹਦਾ ਲਿਖਿਆ ਹੈ, ਪਲੇਸਿੰਗ ਆਲ ਹੋਪ ਇਨ ਗॉड, knowing that God is in control allows us to wait patiently for him to rescue us. True relief does not come when the problem is resolved, because more problems are on the way. True relief comes from an enduring hope in God's ultimate salvation. Only then will all trials be resolved. 12ਵੀਂ ਇਹਦੀ ਤੀਸਰੀ ਤੇ 6ਵੀਂ ਆਇਤ ਨੂੰ ਉਹਦੇ ਵਿੱਚ ਲਿਆ, ਉਹਦੇ ਉਹ ਮੈਨੂੰ ਜ਼ਿਆਦਾ ਅੱਛੀਆਂ ਲੱਗੀਆਂ। ਉਹਦੇ ਚ David expressed his feeling to God and then reaffirmed his faith. Prayer can release our tension in times of emotional stress, trusting God to be our rock salvation. ਜਦੋਂ ਵੀ ਇਨਸਾਨ, ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਗੱਲ ਤੇ ਮੈਨੂੰ ਟੈਨਸ਼ਨ ਦਾ ਪਤਾ ਹੀ ਨਹੀਂ ਹੁੰਦਾ ਵੀ ਟੈਨਸ਼ਨ ਹੈ ਕੀ ਚੀਜ਼ ਹੈ, ਮਗਰ ਇਹ ਹੈ ਖੁਦਾ ਦੇ ਅੱਗੇ ਆਪਣੀਆਂ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮਸ ਨੇ ਜਾਂ ਜੋ ਤੁਸੀਂ ਮੰਗਦੇ ਹੋ ਖੁਦਾ ਤੋਂ, ਉਹਨਾਂ ਨੂੰ ਲੈ ਕੇ ਦੁਆ ਦੇ ਵਿੱਚ ਬੈਠੋ ਤੇ ਖੁਦਾ ਤੋਂ ਮੰਗੋ ਸੱਚੇ ਦਿਲ ਦੇ ਨਾਲ। Rock salvation and fortress will change our entire outlook on life. No longer must we be held captive by resentment towards others when they hurt us. When we are resting in God's strength, nothing can shake us. That's it. ਥੈਂਕ ਯੂ ਅੰਕਲ ਜੀ। ਮੈਂ ਹੁਣ ਇਨਵਾਈਟ ਕਰਾਂਗੀ ਆਂਟੀ ਜੋਤੀ ਨੂੰ ਕਿ ਉਹ ਵੀ ਆਪਣੇ ਸਵਾਲ, ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਹਾਂਜੀ, ਇੱਕ ਵਾਰ ਫੇਰ ਸਾਰਿਆਂ ਨੂੰ ਜੈ ਮਸੀਹ ਦੀ। ਜਿਹੜਾ ਇਹ ਜ਼ਬੂਰ ਆ, ਇਹਦੀਆਂ ਸਾਰੀਆਂ ਹੀ ਆਇਤਾਂ ਬਹੁਤ ਪਾਵਰਫੁਲ ਆਇਤਾਂ ਨੇ, ਔਰ ਇਹਦਾ ਮੇਨ ਜਿਹੜਾ ਟਾਈਟਲ ਉਹ ਹੈ ਹੀ ਇਹ ਕਿ ਪਰਮੇਸ਼ਵਰ ਉੱਤੇ ਭਰੋਸਾ। ਉਹਨੇ ਆਪਣਾ ਭਰੋਸਾ ਖੁਦਾ ਦੇ ਉੱਤੇ ਰੱਖਿਆ ਆ, ਔਰ ਉਸਨੇ ਹੋਰ ਕਿਸੇ ਦੇ ਉੱਤੇ ਆਸ ਨਹੀਂ ਰੱਖੀ। ਜਿਸ ਤਰ੍ਹਾਂ ਬ੍ਰਦਰ ਜੀ ਨੇ ਦੱਸਿਆ ਆਪਣੀ ਗਵਾਹੀ, ਇੱਕ ਤਰ੍ਹਾਂ ਨਾਲ ਇਹ ਗਵਾਹੀ ਵੀ ਸਾਡੀ ਜ਼ਿੰਦਗੀਆਂ 'ਚ ਬਹੁਤ ਸਾਰੀਆਂ ਗਵਾਹੀਆਂ ਏਦਾਂ ਹੁੰਦੀਆਂ ਜਿਹੜੀਆਂ ਆਪਾਂ ਪ੍ਰਭੂ ਤੇ ਜਦੋਂ ਵਿਸ਼ਵਾਸ ਰੱਖਦੇ ਹਾਂ ਔਰ ਆਪਣੀਆਂ ਉਹ ਗਵਾਹੀਆਂ ਪੂਰੀਆਂ ਹੋ ਜਾਂਦੀਆਂ। ਔਰ ਜੋ ਮੇਰੀ ਤੇ ਇਹ ਹੁਣ ਇਸੇ ਮਹੀਨੇ ਦੀ ਇਹ ਗਵਾਹੀ ਆ ਕਿ ਜਿਸ ਤਰ੍ਹਾਂ ਪਾਸਟਰ ਜੀ ਵੀ ਜਾਣਦੇ, ਸਾਰੇ ਜਾਣਦੇ ਕਿ ਜਿਹੜਾ ਬਿਜ਼ਨਸ ਅਸੀਂ ਲਿਆ, ਇਸ ਬਿਜ਼ਨਸ ਦੀ ਗੱਲ ਅਸੀਂ ਆਈ ਥਿੰਕ 2 ਸਾਲ ਪਹਿਲਾਂ ਵੀ ਉਹਦੇ ਨਾਲ ਕੀਤੀ ਸੀ, ਪਰ ਉਹ ਸਾਡੇ ਬਜਟ 'ਚ ਨਹੀਂ ਸੀ ਉਸ ਟਾਈਮ ਜਦੋਂ ਉਹਨੇ ਕਿਹਾ ਸੀ ਕਿ ਮੈਂ ਸੇਲ ਕਰਨਾ, ਉਹ ਲੇਡੀ ਨੇ। ਪਰ ਹੁਣ ਉਹਦਾ ਜਦੋਂ ਐ ਜਾਣ ਦਾ ਟਾਈਮ ਹੋ ਗਿਆ, ਖੁਦਾਵੰਦ ਨੇ ਉਹੀ ਬਿਜ਼ਨਸ ਸਾਡੇ ਲਈ ਰੱਖਿਆ ਸੀ। ਅਸੀਂ ਸੋਚਦੇ ਸੀ ਕਿ ਪ੍ਰਭੂ ਸਾਨੂੰ ਕੋਈ ਐਸਾ ਬਿਜ਼ਨਸ ਦੇ ਜੋ ਅਸੀਂ ਬੈਠ ਕੇ ਕਰ ਸਕੀਏ, ਔਰ ਖੁਦਾ ਨੇ ਉਹੀ ਬਿਜ਼ਨਸ ਸਾਡੇ ਲਈ ਫਿਰ ਦੁਬਾਰਾ ਸਾਨੂੰ ਉਹ ਦਿੱਤਾ। ਸਾਨੂੰ ਵੀ ਇਸ ਚੀਜ਼ ਦੀ ਉਮੀਦ ਸੀ, ਲੇਕਿਨ ਇਹ ਪ੍ਰਭੂ ਤੇ ਜਦੋਂ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦੇ, ਪ੍ਰਭੂ ਦੇ ਉੱਤੇ ਭਰੋਸਾ ਰੱਖਦੇ, ਖੁਦਾਵੰਦ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ। ਉਸਨੇ ਵੀ ਇਹ ਸਾਰਾ ਕੁਝ ਪ੍ਰਭੂ ਦੇ ਅੱਗੇ ਉਸਨੇ ਭਰੋਸਾ ਰੱਖਿਆ, ਔਰ ਆਪਣੀਆਂ ਮਿੰਨਤਾਂ ਅਰਜ਼ਾਂ ਖੁਦਾ ਦੇ ਉੱਤੇ ਉਹਨੇ ਰੱਖ ਕੇ ਕਿਹਾ ਸੀ। ਜਿਹੜੀ 7ਵੀਂ, ਜਿਸ ਤਰ੍ਹਾਂ ਬ੍ਰਦਰ ਜੀ ਨੇ ਦੱਸਿਆ, 6ਵੀਂ, 7ਵੀਂ, 8ਵੀਂ ਆਇਤਾਂ ਸਾਰੀਆਂ ਇਹ ਬਹੁਤ ਪਾਵਰਫੁਲ ਆਇਤਾਂ ਨੇ, ਕਿਉਂਕਿ ਉਸਦਾ ਵਿਸ਼ਵਾਸ ਪ੍ਰਭੂ ਦੇ ਉੱਤੇ ਹੈ। ਉਸਨੇ ਸਭ ਕੁਝ ਆਪਣਾ ਪ੍ਰਭੂ ਨੂੰ ਮੰਨਿਆ, ਆਪਣੀ ਚਟਾਨ, ਆਪਣਾ ਗੜ, ਪ੍ਰਭੂ ਦਾ ਜੋਰ, ਜੋ ਵੀ ਉਸਨੇ ਕਿਹਾ ਉਹਨੇ ਲੋਕਾਂ ਦੇ ਉੱਤੇ ਨਹੀਂ ਰੱਖਿਆ। ਔਰ ਉਸਨੇ ਕਿਹਾ ਧਨ ਮਾਲ ਤਾਂ ਵਿਅਰਥ ਨੇ, ਉਹ ਕਿਸੇ ਦੀ ਕੰਮ ਦੀ ਚੀਜ਼ ਨਹੀਂ ਹੈਗੀ। ਤੇ ਅਤਿਆਚਾਰ ਉੱਤੇ ਭਰੋਸਾ ਨਾ ਕਰ ਤੇ ਲੁੱਟ ਮਾਰ ਦੇ ਵਿਅਰਥ ਆਸਾਂ ਨਾ ਰੱਖ। ਜੇਕਰ ਧਨ ਮਾਲ ਵੱਧ ਜਾਵੇ ਤਾਂ ਉਸਦੇ ਮਨ ਨਾ ਲਾਓ। ਜੇ ਅਗਰ ਤੁਹਾਡੇ ਕੋਲ ਪ੍ਰਭੂ ਦੇ ਵਿੱਚ ਵਧਣ ਵਿੱਚ ਤੁਹਾਡੇ ਕੋਲ ਟਾਈਮ ਹੈ, ਖੁਦਾ ਦੇ ਵਿੱਚ ਵਧੋ। ਅਗਰ ਤੁਹਾਡੇ ਕੋਲ ਪੈਸਾ ਹੈ, ਜ਼ਿਆਦਾ ਹੈ ਜਾਂ ਕੁਛ ਹੈ, ਉਹ ਤੁਹਾਡੇ ਲਈ ਹੈ, ਪ੍ਰਭੂ ਨੇ ਦਿੱਤੀ ਹੋਈ ਇੱਕ ਬਰਕਤ ਹੈ। ਉਸਨੂੰ ਲੈ ਕੇ ਘਮੰਡ ਨਹੀਂ ਸਾਨੂੰ ਹੋਣਾ ਚਾਹੀਦਾ, ਔਰ ਖੁਦਾ ਦੇ ਵਿੱਚ ਸਾਨੂੰ ਹਮੇਸ਼ਾ ਅੱਗੇ ਵਧਣਾ ਚਾਹੀਦਾ। ਔਰ ਇਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਸਾਰੀਆਂ ਗਵਾਹੀਆਂ ਆਉਂਦੀਆਂ ਜੋ ਸਾਨੂੰ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਨ ਦੇ ਨਾਲ ਸਾਨੂੰ ਮਿਲਦੇ ਹਨ। ਜੋ ਚੀਜ਼ ਅਸੀਂ ਸੋਚਦੇ ਨਹੀਂ, ਅਗਰ ਅਸੀਂ ਐਵਰੀਡੇ ਉਸਨੂੰ ਪ੍ਰਾਰਥਨਾ ਦੇ ਵਿੱਚ ਰੱਖਦੇ ਹਾਂ, ਉਹ ਪ੍ਰਭੂ ਜ਼ਰੂਰ ਸਾਡੇ ਲਈ ਕਰਦਾ। ਔਰ ਇਹ ਤਾਂ ਮੇਰੀ ਪਰਸਨਲ ਜ਼ਿੰਦਗੀ ਦੀ ਇਹ ਗਵਾਹੀ ਵੀ ਹੈ, ਔਰ ਇਹ ਮੈਂ ਪ੍ਰਭੂ ਦੇ ਉੱਤੇ ਵਿਸ਼ਵਾਸ ਵੀ ਰੱਖਦੀ ਹਾਂ। ਜੋ ਸਾਡੇ ਲਈ ਖੁਦਾ ਨੇ ਕੀਤਾ, ਉਹ ਮੈਂ ਜੋ ਵੀ ਅੱਜ ਤੱਕ ਖੁਦਾ ਦੇ ਕੋਲੋਂ ਅਸੀਂ ਮੰਗਿਆ, ਖੁਦਾ ਨੇ ਹਮੇਸ਼ਾ ਸਾਡੀ ਦੁਆ ਨੂੰ ਸੁਣਿਆ। ਬੇਸ਼ੱਕ ਲੇਟ ਦਿੱਤਾ ਜਵਾਬ, ਪਰ ਪ੍ਰਭੂ ਨੇ ਹਮੇਸ਼ਾ ਸਾਡੀ ਪ੍ਰਾਰਥਨਾ ਨੂੰ ਸੁਣਿਆ। ਅਸੀਂ ਲੋਕਾਂ ਤੇ ਨਹੀਂ ਬਲਕਿ ਪ੍ਰਭੂ ਦੇ ਉੱਤੇ ਵਧੀਏ, ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖੀਏ। ਇਹ ਮੇਰਾ ਅੱਜ ਦਾ ਪ੍ਰੀਤਾ ਹੈ, ਵਚਨ ਹੈ। ਥੈਂਕ ਯੂ ਆਂਟੀ ਜੀ। ਹੁਣ ਮੈਂ ਇਨਵਾਈਟ ਕਰਾਂਗੀ ਆਂਟੀ ਰੀਨਾ ਨੂੰ ਕਿ ਉਹ ਵੀ ਆਪਣੇ ਸਾਡੇ ਨਾਲ ਆਪਣੀ ਟੈਸਟਮਨੀ ਜਾਂ ਜੋ ਵੀ ਉਹਨਾਂ ਦੇ ਕਮੈਂਟਸ ਹੈ ਉਹ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਆ। ਇਸ ਜ਼ਬੂਰ ਜਿਹੜਾ 62 ਆ, ਇਸ ਬਹੁਤ ਹਰ ਇੱਕ ਗੱਲ ਜਿਹੜੀ ਉਹ ਸਾਡੀ ਜ਼ਿੰਦਗੀ ਦੇ ਉੱਤੇ ਸਾਨੂੰ ਲੱਗਦਾ ਕਿ ਜਿਹੜੀ ਆਇਤ ਵੀ ਪੜੋ ਉਹ ਸਾਡੇ ਲਈ ਹੈਗੀ ਆ, ਕਿਉਂਕਿ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ
ਤੇ ਜਿੱਦਾਂ ਪਾਸਟਰ ਜੀ ਕਹਿੰਦੇ ਆ ਕਿ ਜਦੋਂ ਅਸੀਂ ਵਚਨ ਪੜ੍ਹਦੇ ਆ ਇਹ ਸਾਡੇ ਲਈ ਜਿੱਦਾਂ ਅਸੀਂ ਖੁਦਾ ਦੇ ਨਾਲ ਗੱਲ ਕਰਦੇ ਆ ਤਾਂ ਮੈਨੂੰ ਇਹ ਜੇ ਆਇਤ 62 ਦੀ 4 ਤੇ 5 सचमुच वे आपके उसको उसके ऊंचे पद से गिरने को सम्मति करते हैं, वे झूठे मन पसंद करते हैं, मुंह से तो वो आशीर्वाद देते हैं पर मन से कोसते हैं। हे मेरे मन, परमेश्वर के सामने चुपचाप रह, क्योंकि मेरी आशा उसी से है। सो ਆਪਾਂ ਇੱਕ ਵਰਸ਼ਿਪ Song ਵੀ ਸੁਣਦੇ ਹੁੰਦੇ ਆ ਕਿ ਇਹ ਜਿਹੜੇ तेरे वाले है जदे यहोवा, तेरे कौन विरोधी खड़े होंगे, तू यहोवा ते रख भरोसा, तेरे सारे मनोरथ पूरे होंगे। सो खुदा साडे हर एक दी दिल नूं जाणदा है और साडे सारियां दे मनां नूं जाण के ਉਹ साडी हर एक दी दिल दी ख्वाहिश पूरी करदा है। ਜਿੱਦਾਂ ਸਿਸਟਰ ਜੋਤੀ ਨੇ ਦੱਸਿਆ ਹੈ ਕਿ ਬਿਜ਼ਨਸ ਦੇ ਬਾਰੇ ਬਹੁਤ ਸਾਰੇ ਲੋਕੀ ਖੁਸ਼ ਵੀ ਹੋਣਗੇ ਤੇ ਬਹੁਤ ਸਾਰੇ ਲੋਕੀ ਅੰਦਰੋਂ ਅੰਦਰ ਕਹਿੰਦੇ ਵੀ ਹੋਣਗੇ ਕਿ ਆਸਤੀਨ ਦਾ ਸਾਂਪ ਜਿਹੜੇ ਆਪਾਂ ਕਹਿੰਦੇ ਕਿ ਬਗਲ ਮੇ ਛੁਰੀ ਉਹ ਵਾਲੇ ਵੀ ਹੋਣਗੇ। ਪਰ ਜਦੋਂ ਅਸੀਂ ਖੁਦਾ ਤੇ ਭਰੋਸਾ ਹੈ ਤੇ ਉਹ ਸਾਡੀ ਸਾਰੀਆਂ ਚੀਜ਼ਾਂ ਨੂੰ ਸਾਡੇ ਕੀ ਕਹਿੰਦੇ ਪਲੇਟ 'ਚ ਪਰੋਸ ਕੇ ਦਿੰਦੇ ਆ। ਤੇ ਮੇਰਾ ਵਿਸ਼ਵਾਸ ਹੈ ਕਿ ਜੋ ਸਾਨੂੰ ਚਾਹੀਦਾ ਉਹ ਸਾਨੂੰ ਦਿੰਦਾ। ਥੋੜਾ ਟਾਈਮ ਜ਼ਰੂਰ ਲੱਗਦਾ, ਅਸੀਂ ਸਾਰੇ ਅਪਸੈਟ ਹੁੰਦੇ ਹਰ ਇੱਕ ਚੀਜ਼ ਤੋਂ, ਪਰ ਜਦੋਂ ਸਾਡੀ ਆਸ ਹੁੰਦੀ ਉਹਦੇ ਉੱਤੇ ਤੇ ਫਿਰ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕੀ ਕਹਿੰਦੇ ਹੁੰਦੇ ਕਿ ਰੱਬ ਦੇ ਉੱਤੇ ਸਾਰੀਆਂ ਗੱਲਾਂ ਸਿੱਟ ਕੇ ਬੁੱਲੇ ਲੁੱਟੋ, ਮੌਜਾਂ ਮਾਰੋ, ਕਿਉਂਕਿ ਉਹ ਸਾਡੀ ਟੈਨਸ਼ਨ ਲੈਂਦਾ ਤੇ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਬਸ ਦੁਆ 'ਚ ਆਪਣੇ ਆਪ ਨੂੰ ਸਾਨੂੰ ਵਧਾਉਣਾ ਚਾਹੀਦਾ ਹੈ। ਪਹਿਲਾਂ ਅਸੀਂ ਨਹੀਂ, ਮੈਂ ਆਪਣੀ ਗੱਲ ਕਰਦੀ, ਨਹੀਂ ਬਾਈਬਲ ਇੰਨਾ ਪੜ੍ਹਦੇ ਸੀ, ਹੁਣ ਪੜ੍ਹਦੇ ਆ, ਸੁਣਦੇ ਆ ਤੇ ਓਨਾ ਹੀ ਸਾਨੂੰ ਇੱਕ ਨਵੀਂ ਤੋਂ ਨਵੀਂ ਆਸ, ਹਰ ਇੱਕ ਗੱਲ ਦੀ ਆਸ ਮਿਲ ਜਾਂਦੀ ਹੈ ਕਿ ਜਿੱਦਾਂ ਕਹਿੰਦੇ ਕਿ ਸਾਨੂੰ ਆਪਣੀ ਆਸ ਨਹੀਂ ਛੱਡਣੀ ਚਾਹੀਦੀ ਔਰ ਜੋ ਖੁਦਾ ਨੇ ਸਾਨੂੰ ਦੇਣਾ ਹੈ ਉਹ ਸਾਡੇ ਤੋਂ ਕੋਈ ਖੋ ਨਹੀਂ ਸਕਦਾ। ਸੋ ਇਸ ਕਰਕੇ ਸਾਨੂੰ ਖੁਦਾ ਦੇ ਵਿੱਚ ਅੱਗੇ ਵਧਣਾ ਚਾਹੀਦਾ, ਕਿਉਂਕਿ ਜਿਹੜੀ ਸਾਡੀ ਇਹ ਪਵਿੱਤਰ ਬਾਈਬਲ ਹੈ ਸਾਨੂੰ ਹਰ ਇੱਕ ਗੱਲ ਦਾ ਜਵਾਬ ਸਾਨੂੰ ਇਹ ਤੋਂ ਮਿਲਦਾ ਹੈ। ਔਰ ਜਦੋਂ ਅਸੀਂ ਖੁਦਾ ਦੇ ਉੱਤੇ ਰੱਖ ਦਿੰਦੇ ਸਾਰੀਆਂ ਚੀਜ਼ਾਂ ਤੇ ਉਹ ਸਾਨੂੰ ਆਪਣੇ ਆਪ ਹੀ ਪੂਰੀ ਹੋਣਾ। ਹੁਣ ਜਿੱਦਾਂ ਮੈਂ ਕੰਮ ਤੇ ਸੀ, ਐਂਜਲ ਦੀ ਮੰਮਾ ਨੇ ਕਾਲ ਕੀਤੀ ਤੇ ਮੈਂ ਸਟਿਲ ਸਪੀਡ ਦੇ ਉੱਤੇ ਸੀ, ਤਾਂ ਮੈਂ ਕਹਿੰਦੀ ਕਿ ਮੈਂ ਆਪਣੇ ਸੁਪਰਵਾਈਜ਼ਰ ਨਾਲ ਗੱਲ ਕਰਨੀ ਹੈ ਕਿ ਮੈਨੂੰ ਟਿਊਜ਼ਡੇ ਤੇ ਥਰਸਡੇ 2 ਦਿਨ ਜਲਦੀ ਜਾਣ ਦੇਵੇ। ਪਰ 7:10 ਹੋ ਗਏ, 15 ਮਿੰਟ ਹੋ ਗਏ, 20 ਮਿੰਟ ਹੋ ਗਏ, ਇਸ ਸਮੇਂ ਆਮ ਸਟਿਲ ਔਨ ਦਾ ਸਟਰੀਟ। ਸੋ ਮੈਂ ਕਿਹਾ ਖੁਦਾ ਮੈਨੂੰ ਨਹੀਂ ਪਤਾ ਕਿ ਤੈਨੂੰ ਪਤਾ ਹੈ। ਆਫਟਰ 2 ਮਿੰਟ ਬਾਅਦ ਮੇਰੀ ਸੁਪਰਵਾਈਜ਼ਰ ਦੀ ਕਾਲ ਆਈ ਕਿ ਤੂੰ ਕਿੱਥੇ ਆ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਸ ਐਡਰੈਸ ਤੇ। ਸੇ ਡੋਂਟ ਵਰੀ, ਜਸਟ ਬਾਈਂਡ ਅਪ ਐਂਡ ਗੋ ਹੋਮ। ਸੋ ਖੁਦਾ ਨੇ ਮੈਨੂੰ ਇੱਥੇ ਬਿਠਾਉਣਾ ਸੀ, ਇਸ ਕਰਕੇ ਉਹਨੇ ਆਪਣੇ ਆਪ ਸਾਰੇ ਇੰਤਜ਼ਾਮ ਕੀਤੇ। ਪਰ ਜਦੋਂ ਖੁਦਾ ਸਾਨੂੰ ਚੁਣਦਾ ਆ ਹਰ ਇੱਕ ਕੰਮ ਦੇ ਲਈ, ਆਪਣੇ ਕੰਮ ਦੇ ਲਈ, ਤਾਂ ਉਦੋਂ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ। ਸੋ ਅਸੀਂ ਅੱਜ ਸਾਰੇ ਅੰਕਲ ਜੋਸ਼ੂਆ, ਜੋਤੀ ਭਾਬੀ ਜੀ, ਪਾਸਟਰ ਜੀ, ਐਂਜਲ ਨੂੰ ਖੁਦਾ ਨੇ ਚੁਣਿਆ ਹੋਇਆ ਕੰਮ ਲਈ, ਇਹ ਵੀ ਖੁਦਾ ਦੀ ਮਰਜ਼ੀ ਸੀਗੀ। ਸੋ ਅਸੀਂ ਖੁਦਾ ਦਾ ਸ਼ੁਕਰ ਕਰਦੇ ਕਿ ਜਿਹੜੀ ਸਾਡੀ ਟੀਮ ਆ, ਖੁਦਾ ਇਹਨਾਂ ਨੂੰ ਹੋਰ ਵੀ ਅੱਗੇ ਵਧਾਵੇ ਤੇ ਅਸੀਂ ਖੁਦਾ ਦੇ ਨਾਲ ਕੀ ਕਹਿੰਦੇ ਹੁੰਦੇ ਇੱਕ ਡੂੰਘੇ ਗੱਲਾਂ ਸਿੱਖ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਕਿ ਜਿਸ ਤਰ੍ਹਾਂ ਮੇਰਾ ਬੇਟਾ ਕਹਿੰਦਾ ਕਿ when you guys pray, why you close your eyes? You talk to your father. When you talk to your father, did you close your eyes? I said no. So ਜਦੋਂ ਤੂੰ ਆਪਣੇ ਰੱਬ ਦੇ ਨਾਲ, ਆਪਣੇ ਬਾਪ ਦੇ ਨਾਲ ਗੱਲ ਕਰਦੀ ਹੈ ਤੇ ਅੱਖਾਂ ਕਿਉਂ ਬੰਦ ਕਰਦੀ ਹੈ? ਸੋ ਇੱਕ ਸਾਡਾ ਅਸੀਂ ਜਦੋਂ ਕਲਾਮ ਖੋਲਦੇ ਹਾਂ ਤਾਂ ਸਾਡਾ ਅਸੀਂ ਆਪਣੇ ਬਾਪ ਦੇ ਨਾਲ ਗੱਲ ਕਰਦੇ ਹਾਂ। ਇਹ ਜ਼ਬੂਰ ਮੈਨੂੰ ਏਦਾਂ ਲੱਗਾ ਕਿ ਇਹ ਸਾਰੀਆਂ ਗੱਲਾਂ ਅੱਜ ਮੇਰੇ ਲਈ ਸੀਗੀਆਂ। ਸੋ ਆਈ ਹੋਪ ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਹੈ ਜਿੱਦਾਂ ਅੰਕਲ ਜੋਸ਼ੂਆ ਨੇ ਵੀ ਕਿਹਾ, ਜੋਤੀ ਭਾਬੀ ਨੇ ਵੀ ਕਿਹਾ। ਸੋ ਵੀ ਆਰ ਬਲੈਸਡ। ਥੈਂਕ ਯੂ। ਥੈਂਕ ਯੂ ਤੁਹਾਡੇ ਸਾਰਿਆਂ ਦੇ ਇਹਨਾਂ ਰਿਫਲੈਕਸ਼ਨਸ ਲਈ, ਇਹਨਾਂ ਟੈਸਟੀਮੋਨੀਆਂ ਲਈ। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਅੱਜ ਦੇ ਸਾਡੇ ਇਸ ਐਪੀਸੋਡ ਵਿੱਚ ਸਾਡੇ ਨਾਲ ਸ਼ਾਮਿਲ ਹੋਇਆ। ਅਸੀਂ ਤੁਹਾਡੇ ਸਾਰਿਆਂ ਨਾਲ ਫਿਰ ਟਿਊਜ਼ਡੇ ਨੂੰ ਮਿਲ ਕੇ ਇਸੇ ਤਰ੍ਹਾਂ ਹੇਮਾਨ ਦੇ ਜ਼ਬੂਰਾਂ ਤੇ ਗੌਰ ਕਰਾਂਗੇ। ਥੈਂਕ ਯੂ।